ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਮੇਰੇ ਨਾਲ ਮੌਜੂਦ ਨੇ ਸਾਡੇ CEO ਐਂਡ ਫਾਊਂਡਰ ਮਿਸਟਰ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿਛਲੇ ਕੁਝ ਦਿਨਾਂ 'ਚ ਅਮਿਤ ਸ਼ਾਹ ਤੋਂ ਬਾਅਦ ਹੁਣ ਰਾਹੁਲ ਗਾਂਧੀ ਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇੰਨੇ ਵੱਡੇ ਨੈਸ਼ਨਲ ਲੀਡਰਸ ਪੰਜਾਬ ਵਿੱਚ ਆ ਰਹੇ ਨੇ। ਪੰਜਾਬ 'ਚ ਇਲੈਕਸ਼ਨਾਂ ਹਮੇਸ਼ਾ ਹੁੰਦੀਆਂ ਨੇ, ਸਟਾਰ ਕੈਂਪੇਨਰਸ ਹੁੰਦੇ ਨੇ, ਪਰ ਇਸ ਵਾਰ ਇੰਨੇ ਵੱਡੇ ਲੀਡਰ ਪੰਜਾਬ 'ਚ ਆ ਰਹੇ ਨੇ। ਬਹੁਤ ਹੀ ਜ਼ਬਰਦਸਤ ਅਟੈਕਿੰਗ ਸਪੀਚਸ ਦਿੱਤੀਆਂ ਜਾ ਰਹੀਆਂ ਨੇ। ਇਹਦੇ ਕੀ ਮਾਇਨੇ ਹੈ? ਪੰਜਾਬ ਇੰਨਾ ਇੰਪੋਰਟੈਂਟ ਕਿਵੇਂ ਹੋ ਗਿਆ ਇੱਕਦਮ? ਇਹ ਸਾਰੇ ਦੀ ਚਰਚਾ ਕਰਾਂਗੇ। ਪਰ ਪਹਿਲਾ ਸਵਾਲ ਸਰ ਮੇਰਾ ਇਹੀ ਹੈ, ਇੰਨੇ ਵੱਡੇ ਲੀਡਰਸ ਆ ਰਹੇ ਨੇ ਇਸ ਵਾਰ ਪੰਜਾਬ, ਇੰਨੇ ਜ਼ਿਆਦਾ, ਇਹਦੇ ਮਾਇਨੇ ਕੀ ਨੇ ਪੰਜਾਬ 'ਚ ਆਉਣ ਦੇ? ਤੁਸੀਂ ਪ੍ਰਿਯੰਕਾ ਗਾਂਧੀ ਜੀ ਨੂੰ ਭੁੱਲ ਗਏ, ਉਹ ਵੀ ਆਏ ਸੀ। ਤੇ ਬੇਸਿਕਲੀ ਦੇਖੋ, ਹਰ ਪਾਰਟੀ ਦੇ ਲਈ ਇਹਦਾ ਇੱਕ ਅਲੱਗ ਪਰਸਪੈਕਟਿਵ ਚੇਂਜ ਹੋਇਆ ਪੰਜਾਬ ਦੇ ਲਈ। ਤੁਸੀਂ ਆਪਾਂ ਜਿਹੜੇ 4 ਲੀਡਰਸ ਦੀ ਗੱਲ ਕੀਤੀ, ਉਹ ਬੀਜੇਪੀ ਤੇ ਕਾਂਗਰਸ ਵੱਲੋਂ। ਕਾਂਗਰਸ ਹਮੇਸ਼ਾ ਇੱਥੇ ਇੱਕ ਮੇਜਰ ਪਾਰਟੀ ਸੀ, ਸਟੈਂਡ ਅਲੋਨ ਇਲੈਕਸ਼ਨ ਲੜਦੀ ਸੀ, ਉਹਨਾਂ ਦੇ ਲੀਡਰ ਆਉਂਦੇ ਸੀ ਜੀ। ਪੰਜਾਬ ਇਸ ਤੋਂ ਪਹਿਲਾਂ ਬੀਜੇਪੀ ਵਾਸ ਅ ਜੂਨੀਅਰ ਪਾਰਟਨਰ ਇੱਕ ਕੋਅਲੀਸ਼ਨ ਵਿੱਚ ਅਲੋਂਗ ਵਿਦ ਸ਼੍ਰੋਮਣੀ ਅਕਾਲੀ ਦਲ, ਜੋ ਟੁੱਟ ਚੁੱਕੀ ਆ ਬਿਕੋਜ਼ ਆਫ ਫਾਰਮ ਲਾਸ। ਤੇ ਦੂਜਾ ਜੋ ਫਾਰਮ ਲਾਸ ਹੋਇਆ, ਜੋ ਉਹਨੂੰ ਰਿਪੀਲ ਕਰਨਾ ਪਿਆ, ਜੋ ਸਿਚੁਏਸ਼ਨ ਬਣੀ, ਤੇ ਇੱਕ ਸਰਟਨ ਅੰਡਰਸਟੈਂਡਿੰਗ ਇਹ ਵੀ ਬਣ ਗਈ ਹੈ ਸੈਂਟਰਲ ਗੌਰਮੈਂਟ ਦੇ ਮਾਈਂਡਸੈਟ 'ਚ ਕਿ ਪੰਜਾਬ ਨੀਡਸ ਟੂ ਬੀ ਮੈਨੇਜਡ ਇਫੈਕਟਿਵਲੀ ਫਰੋਮ ਦੀ ਲਾਅ ਐਂਡ ਆਰਡਰ ਪਰਸਪੈਕਟਿਵ, ਫਰੋਮ ਨਾਟ ਜਸਟ ਡੋਮੈਸਟਿਕ ਬਲਕਿ ਜੋ ਨੇਬਰਿੰਗ ਸਟੇਟਸ ਨੇ ਉਹਨਾਂ ਦੇ ਲਈ ਵੀ ਇਹ ਫਿਊਲ ਨਾ ਬਣਨ, ਜਿਵੇਂ ਪਹਿਲਾਂ ਸਾਡੇ ਪੰਜਾਬ ਦੇ ਯੂਥ ਨਾਲ ਨੂੰ ਮਿਸਗਾਈਡ ਕੀਤਾ ਗਿਆ। ਜੋ ਵੀ ਚੀਜ਼ਾਂ ਹੋਈਆਂ, ਜੋ ਉਸ ਟਾਈਮ ਦੀ ਸੈਂਟਰਲ ਗੌਰਮੈਂਟ ਦੀਆਂ ਸਰਟਨ ਮੈਂ ਕਹੂੰਗਾ ਮਾਇਓਪਿਕ ਆਪਣੇ ਜਿਹੜੇ ਪੋਲੀਟੀਕਲ ਗੇਨਸ ਦੇ ਲਈ ਉਹਨਾਂ ਨੇ ਜੋ ਸ਼ਾਰਟ ਟਰਮ ਡਿਸੀਜ਼ਨ ਲਿੱਤੇ, ਜਿਹਦੇ ਕਾਰਨ ਪੰਜਾਬ ਨੂੰ ਪੂਰੇ 1 ਦਸ਼ਕ ਤੋਂ ਜ਼ਿਆਦਾ ਕਾਫੀ ਕੁਝ ਸਹਿਣਾ ਪਿਆ, ਭੁਗਤਣਾ ਪਿਆ। ਸਾਡੀ ਇਕਨੋਮਿਕ ਗਰੋਥ ਵੀ ਪਿੱਛੇ ਗਈ ਤੇ ਹੁਣ ਕਾਫੀ ਚੀਜ਼ਾਂ ਉਸ ਚੀਜ਼ ਦਾ ਨਤੀਜਾ ਨੇ। ਬਿਲਕੁਲ। ਤੇ ਉਹਨਾਂ ਚੀਜ਼ਾਂ ਦਾ ਜਿਹੜਾ ਨੈਟਵਰਕ ਹਜੇ ਵੀ ਜਿਹੜਾ ਬਣਿਆ ਪਿਆ, ਉਹਦਾ ਐਡਵਾਂਟੇਜ ਬਾਰ-ਬਾਰ ਫੋਰਨ ਫੋਰਸਿਸ ਲੈ ਸਕਦੀਆਂ ਨੇ। ਇਸ ਕਰਕੇ ਇਹ ਅਵੇਅਰਨੈਸ ਸੈਂਟਰਲ ਗੌਰਮੈਂਟ 'ਚ ਆ ਗਈ ਹੈ ਕਿ ਪੰਜਾਬ ਨੂੰ ਸਿਰਫ ਇਸ ਤਰ੍ਹਾਂ ਨਹੀਂ ਵੇਖਣਾ ਕਿ ਇੱਕ ਛੋਟਾ ਸੂਬਾ ਹੈ ਜਾਂ ਇਟ ਇਜ਼ ਜਸਟ ਵਨ ਸਟੇਟ। ਇਟ ਇਜ਼ ਵੈਰੀ ਵੈਰੀ ਕ੍ਰਿਟੀਕਲ। ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਪੰਜਾਬ ਸਾਡੇ ਦੇਸ਼ ਦਾ ਸਾਈਜ਼ ਦੇ ਬਾਵਜੂਦ, ਛੋਟੇ ਸਾਈਜ਼ ਦੇ ਬਾਵਜੂਦ, ਇੱਕ ਬਹੁਤ ਹੀ ਮਹੱਤਵਪੂਰਨ ਸੂਬਾ ਹੈ, ਬਿਕੋਜ਼ ਲੋਟ ਆਫ ਥਿੰਗਸ ਕੈਨ ਹੈਪਨ ਥਰੂ ਪੰਜਾਬ। ਤੇ ਇਹ ਰਿਅਲਾਈਜੇਸ਼ਨ ਦੇ ਕਾਰਨ ਹੁਣ ਨਾਲੋਂ ਵੈਸੇ ਵੀ ਜੇ ਤੁਸੀਂ ਇੰਡੀਪੈਂਡੈਂਟਲੀ ਐਜ਼ ਅ ਮੇਜਰ ਪਾਰਟੀ ਖੜੇ ਹੋ ਰਹੇ ਹੋ, ਤੁਸੀਂ ਅਲੱਗ ਤਰੀਕੇ ਨਾਲ ਆਪਣਾ ਜ਼ੋਰ ਲਾਓਗੇ। ਬਿਲਕੁਲ। ਇਸ ਕਰਕੇ ਪੰਜਾਬ ਦਾ ਇਲੈਕਸ਼ਨ ਸਿਰਫ ਪੰਜਾਬ 'ਚ ਹੀ ਨਹੀਂ, ਨੈਸ਼ਨਲੀ ਵੀ ਵੇਖਿਆ ਜਾ ਰਿਹਾ ਹੈ, ਕਿਉਂਕਿ ਜੋ ਫਾਰਮ ਲਾਸ ਸੀ, ਇਟ ਵਾਜ਼ ਵਾਚਡ ਅਕ੍ਰੋਸ ਦੀ ਗਲੋਬ। ਜੋ ਪ੍ਰੋਟੈਸਟ ਹੋਏ, ਜੋ ਵੀ ਡਿਸੀਜਨ ਹੋਏ, ਇਟ ਵਾਜ਼ ਵਾਚਡ ਅਕ੍ਰੋਸ ਦੀ ਗਲੋਬ। ਤੇ ਲੋਟ ਆਫ ਪੀਪਲ ਆਰ ਨਾਓ ਲੁਕਿੰਗ ਐਟ ਅਸ ਕਿ ਹਾਊ ਨਾਓ ਵੀ ਲੁਕ ਐਟ ਇਟ ਆਫਟਰ ਇਟ ਹੈਜ਼ ਬੀਨ ਰਿਪੀਲਡ। ਬਿਲਕੁਲ। ਕਿ ਸਾਡੇ ਦਿਮਾਗ 'ਚ ਇੱਕ ਬੈਰੋਮੀਟਰ ਹੋਏਗਾ ਕਿ ਅਸੀਂ ਹਜੇ ਵੀ ਉਸ ਚੀਜ਼ ਦੇ ਇੰਪੈਕਟ ਨੂੰ ਕਿਵੇਂ ਲੈ ਰਹੇ ਹਾਂ। ਤੇ ਇਹ ਸਾਰੀਆਂ ਚੀਜ਼ਾਂ ਦੇ ਕਾਰਨ ਪੰਜਾਬ ਸਡਨਲੀ ਹੈਜ਼ ਬਿਕਮ ਵੈਰੀ ਕ੍ਰਿਟੀਕਲ। ਹੁਣ ਕਾਂਗਰਸ ਲਈ ਇਹ ਵੀ ਹੋ ਗਿਆ ਕਿ ਇੱਕ ਵਨ ਆਫ ਦੀ ਫਿਊ ਸਟੇਟਸ ਵੇਅਰ ਦੇ ਹੈਡ ਅ ਮੈਜੋਰਿਟੀ, ਉੱਥੇ ਉਹਨਾਂ ਦੇ ਆਪਣੇ ਹੀ ਲੋਕਾਂ ਨੇ ਆਪਸ ਦੇ ਵਿੱਚ ਦੇ ਸਟਾਰਟਡ देयर ਕੈਨਨਸ ਵਰ ਟਾਰਗੇਟਡ ਐਟ ਈਚ ਅਦਰ ਰੈਦਰ ਦੈਨ ਦੀ ਓਪੋਜੀਸ਼ਨ। ਠੀਕ ਹੈ ਨਾ। ਉਹਨਾਂ ਦੇ ਨੇਤਾਵਾਂ ਨੇ ਇਨਡਾਇਰੈਕਟਲੀ ਅਲੱਗ-ਅਲੱਗ ਇੰਟਰਵਿਊਜ਼ 'ਚ ਇਹ ਅਸੈਪਟ ਕਰ ਲਿਆ ਕਿ ਸਾਡੇ ਇੱਥੇ ਕਰਪਸ਼ਨ ਚੱਲਦੀ ਪਈ ਸੀ, ਤੇ ਕਰਪਸ਼ਨ ਵੀ ਇਹੋ ਜਿਹੀ ਇਲੀਗਲ ਐਕਟੀਵਿਟੀਜ਼ 'ਚ ਹੈ ਨਾ। ਇਹ ਸਾਰੀਆਂ ਚੀਜ਼ਾਂ ਕਾਂਗਰਸ ਲਈ ਇੱਕ ਮੇਜਰ ਸਟੇਟ ਹੈ। ਇੱਕ ਆਪਾਂ ਕੈਲਕੂਲੇਸ਼ਨ ਕੀਤੀ ਸੀ ਇੱਕ ਵਾਰੀ ਕਿ ਕਾਂਗਰਸ ਤੇ ਬੀਜੇਪੀ ਦੇ, ਮਤਲਬ ਕਾਂਗਰਸ ਦੇ 20% MLA ਪੰਜਾਬ ਤੋਂ ਨੇ, ਜੋ ਵੀ ਉਹਨਾਂ ਦੀ ਉੱਥੇ ਹੈਗੇ ਨੇ ਟੋਟਲ MLA, ਮਤਲਬ ਇਟ ਇਜ਼ 1/5 ਆਫ देयर MPs। ਉਹਨਾਂ ਦੇ 20% MP ਪੰਜਾਬ ਤੋਂ ਨੇ। ਤੇ ਇਸ ਤਰ੍ਹਾਂ ਹੀ ਸਿਮਿਲਰਲੀ ਬੀਜੇਪੀ ਦੇ 20% MP ਯੂਪੀ ਤੋਂ ਸਨ। ਤੇ ਇਹ ਦੋਨਾਂ ਪਾਰਟੀਆਂ ਲਈ ਸਭ ਤੋਂ ਮਹੱਤਵਪੂਰਨ ਰਿਸਪੈਕਟਿਵਲੀ ਸਟੇਟਾਂ ਨੇ। ਤੇ ਪੰਜਾਬ ਕਾਂਗਰਸ ਲਈ ਤੇ ਬਾਈ ਡਿਫਾਲਟ ਹੀ ਸਭ ਤੋਂ ਇੰਪੋਰਟੈਂਟ ਬਣ ਜਾਂਦਾ। ਜੇ 20% ਤੁਹਾਡੇ MP ਇੱਥੋਂ ਆ ਰਹੇ ਨੇ ਤੇ ਤੁਸੀਂ ਕੀ ਕਰੋਗੇ, ਰਾਈਟ। ਹਾਲਾਂਕਿ ਹੁਣ ਉਹਨਾਂ ਦੇ ਇੱਕ MP, ਹਾਲਾਂਕਿ ਕਾਂਗਰਸ ਨੇ, ਕੈਪਟਨ ਸਾਹਿਬ ਦੀ ਵਾਈਫ, ਬਟ ਸ਼ੀ ਇਜ਼ ਓਪਨਲੀ ਸਟਿਲ ਕੈਂਪੇਨਿੰਗ ਫॉर ਹਰ ਹਸਬੈਂਡ। ਬਿਲਕੁਲ, ਰਾਈਟ। ਤੇ ਉਹ ਮੋਰਲੈਸ ਤੁਸੀਂ ਮੰਨ ਲਓ ਕਿ ਐਟ ਅ ਸਰਟਨ ਪੁਆਇੰਟ ਆਫ ਟਾਈਮ ਸ਼ੀ ਵਿਲ ਆਲਸੋ ਲੀਵ ਕਾਂਗਰਸ ਐਂਡ ਐਟ ਐਨੀ ਇੰਪੋਰਟੈਂਟ ਜੰਕਚਰ ਸ਼ੀ ਵਿਲ ਨਾਟ ਸਪੋਰਟ ਕਾਂਗਰਸ। ਉਹਨਾਂ ਦੇ ਕਈ ਕੱਦਾਵਰ ਨੇਤਾ ਆਪਣੀ ਪਾਰਟੀ ਛੱਡ ਕੇ ਜਾ ਚੁੱਕੇ ਨੇ। ਉਹਨਾਂ ਨੇ ਇੱਕ ਨਵੇਂ CM ਨੂੰ ਉਤਾਰਿਆ ਹੈ, ਹੂ ਡਿਡ ਵੈਰੀ ਵੈਲ ਇਨੀਸ਼ੀਅਲੀ, ਬਟ ਉਹ ਵੀ ਇੱਕ ਪੀਕ ਉਤਰ ਚੁੱਕਾ। ਫਿਰ ਉਹਨਾਂ ਤੇ ਕਰਪਸ਼ਨ ਚਾਰਜਸ ਆ ਗਏ। ਤੇ ਹੁਣ ਆਪਣੀ ਇਸ ਸਟੇਟ 'ਚ, ਹਾਲਾਂਕਿ ਡਿਸਪਾਈਟ ਦੈਟ, ਉਹਨਾਂ ਦੇ ਇੱਕ ਸਟਰੋਂਗ ਚਾਂਸਿਸ ਨੇ ਇੱਕ ਮੇਜਰ ਪਾਰਟੀ ਬਣ ਕੇ ਆਉਣ ਦੇ। ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਪੂਰਾ ਇੰਟਾਇਰ ਜਿਹੜੀ ਪਾਰਟੀ ਆ, ਉਹ ਉਹਨਾਂ ਨੂੰ ਇੱਥੇ ਪੂਰਾ ਜ਼ੋਰ ਲਾਣਾ ਬਣਦਾ ਹੈ, ਕਿਉਂਕਿ ਉਹਨਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ। ਬਿਲਕੁਲ। ਬੀਜੇਪੀ ਦਾ ਪਰਸਪੈਕਟਿਵ ਅਲੱਗ ਹੈ। ਇੱਕ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਮੇਜਰ ਫੋਰਸ ਇੰਡੀਪੈਂਡੈਂਟਲੀ ਇਸਟੈਬਲਿਸ਼ ਕਰਨਾ,
ਦੂਜਾ ਉਹਨਾਂ ਨੇ ਇਹ ਵੇਖਣਾ ਕਿ ਬਈ ਇੱਕ ਨੈਸ਼ਨਲ ਸਿਕਿਉਰਿਟੀ ਦੇ ਪਰਸਪੈਕਟਿਵ ਨਾਲ ਸੈਂਟਰ ਤੇ ਸਟੇਟ ਕੋਆਰਡੀਨੇਸ਼ਨ ਦੇ ਹਿਸਾਬ ਨਾਲ, ਕਿਉਂਕਿ ਇੱਥੋਂ ਜੇ ਡਰੱਗਸ ਦੀ ਇਲੀਗਲ ਐਕਟੀਵਿਟੀ ਹੈ ਤਾਂ ਉਹਨੂੰ ਕਿਵੇਂ ਮੈਨੇਜ ਕਰਨਾ ਹੈ, ਤੇ ਇਹ ਸਾਰੇ ਪਰਸਪੈਕਟਿਵ ਬੀਜੇਪੀ ਦੇ ਨੇ ਟੂ ਐਸਟੈਬਲਿਸ਼ ਦੈਮਸੈਲਫ ਐਜ਼ ਅ ਮੇਜਰ ਫੋਰਸ ਇਨ ਪੰਜਾਬ ਆਲਸੋ। ਬਿਲਕੁਲ। ਤੇ ਇਹ ਡਿਫਰੈਂਟ ਪਰਸਪੈਕਟਿਵ ਦੇ ਕਾਰਨ ਸਾਰੇ ਵੱਡੇ ਨੇਤਾ ਇਸ ਵੇਲੇ ਪੰਜਾਬ 'ਚ ਆ ਰਹੇ ਨੇ। ਹਾਲਾਂਕਿ ਯੂਪੀ ਦੇ ਵੀ ਇਲੈਕਸ਼ਨ ਚੱਲਦੇ ਪਏ ਨੇ, ਬਟ ਪੰਜਾਬ ਨੂੰ ਐਤਕੀ ਜੋ ਮਹੱਤਵ ਮਿਲਿਆ, ਮੈਂ ਤੇ ਖੁਸ਼ ਹਾਂ। ਬਿਲਕੁਲ ਬਿਲਕੁਲ, ਅੱਛੀ ਗੱਲ ਹੈ, ਪੰਜਾਬ ਲਈ ਤਾਂ ਹੋਰ ਤਗੜਾ ਮੁਕਾਬਲਾ ਹੋਵੇਗਾ। ਆਪੇ ਰਿਸੋਰਸਿਸ ਡੈਡੀਕੇਟ ਹੋਣਗੇ, ਲੋਕੀ ਪ੍ਰੋਮਿਸ ਕਰਨਗੇ ਕੁਛ ਨਾ ਕੁਛ। ਹਰ ਅੱਜ ਜੋ ਹੋਏ ਆ ਭਾਵੇਂ ਤੁਸੀਂ PM ਸਾਹਿਬ ਦੀ ਵੀ ਸਪੀਚ ਤੁਸੀਂ ਸੁਣੀ ਆ, ਉਹਨਾਂ ਨੇ ਕੋਈ ਸਪੈਸੀਫਿਕ ਨਹੀਂ ਕਿਹਾ, ਪਰ ਜਨਰਲੀ ਉਹਨਾਂ ਨੇ ਵੀ ਸਾਡੇ ਲਈ ਚੀਜ਼ਾਂ ਅਨਾਉਂਸ ਕੀਤੀਆਂ ਨੇ, ਲੋਨ ਮਾਫੀ ਦੀਆਂ ਸਕੀਮਸ ਅਨਾਉਂਸ ਕੀਤੀਆਂ, ਉਹਨਾਂ ਦਾ ਮੈਨੀਫੈਸਟੋ ਤੇ ਪਹਿਲਾਂ ਆ ਹੀ ਚੁੱਕਾ ਹੈ, ਠੀਕ ਹੈ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਰਾਹੁਲ ਗਾਂਧੀ ਜੀ ਨੇ ਵੀ ਐਗਰੀਕਲਚਰ ਕਲਸਟਰ, ਜੋ ਸਾਡੀ ਫਾਰਮ ਇਨਕਮ ਜਾਂ ਰੂਰਲ ਇਨਕਮ ਵਧਾਉਣ ਲਈ ਇੱਕ ਮੇਜਰ ਚੀਜ਼ਾਂ ਹੋ ਸਕਦੀਆਂ, ਪ੍ਰੋਸੈਸਿੰਗ ਇੱਥੇ ਹੀ ਹੋਵੇ, ਰਾਈਟ। ਉਹਨਾਂ ਨੇ ਇਹ ਕਿਹਾ ਹੈ, ਹਾਲਾਂਕਿ ਇਟ ਇਜ਼ ਸਮਥਿੰਗ ਵੈਰੀ ਸਿਮਿਲਰ ਟੂ ਜੋ ਫਾਰਮ ਲਾ 'ਚ ਸੀ, ਕਿ ਤੁਸੀਂ ਹੁਣ ਆਪਣੀ ਪ੍ਰੋਡਿਊਸ ਜਾ ਕੇ ਸਿੱਧਾ ਪ੍ਰੋਸੈਸਰ ਨੂੰ ਵੇਚ ਸਕਦੇ ਹੋ। ਮਤਲਬ ਦਿਸ ਇਜ਼ ਸਮਥਿੰਗ ਦੈਟ ਵਾਜ਼ ਐਨਵਾਈਸੇਜਡ। ਇਹ ਚੀਜ਼ ਦੀ ਪਲੈਨਿੰਗ ਉਹਨਾਂ ਫਾਰਮ ਲਾਸਟ ਵੀ ਸੀ, ਪਰ ਆਈ ਐਮ ਸ਼ੋਰ ਕਿ ਇਹ ਅਲੱਗ ਤਰੀਕੇ ਨਾਲ ਉਹਨੂੰ ਕਰਨਗੇ, ਜੋ ਵੀ ਉਹਦੇ ਵਿੱਚ ਉਹਨਾਂ ਨੂੰ ਕਮੀਆਂ ਨਜ਼ਰ ਆਉਣਗੀਆਂ ਉਹਨੂੰ ਉਸ ਤਰੀਕੇ ਨਾਲ ਕਰਨਗੇ। ਤੇ ਇਸ ਪਰਸਪੈਕਟਿਵ ਦੇ ਨਾਲ ਪੰਜਾਬ ਨੂੰ ਇਸ ਚੀਜ਼ ਦਾ ਲੌਂਗ ਟਰਮ 'ਚ ਫਾਇਦਾ ਹੋਏਗਾ, ਜੇ ਨੈਸ਼ਨਲ ਪਾਰਟੀਆਂ ਦਾ, ਦੋਨਾਂ ਦਾ ਹੀ, ਇਸ ਵੇਲੇ ਦੋ ਹੀ ਮੇਜਰ ਨਾ, ਦੋਨਾਂ ਦੇ ਇੰਟਰਸਟ ਜੇ ਪੰਜਾਬ 'ਚ ਹੋਵੇ ਤੇ ਇਟ ਵਿਲ ਬੀ ਗੁੱਡ ਫॉर ਆਰ ਸਟੇਟ। ਜੀ, ਪਰ ਤੁਹਾਨੂੰ ਲੱਗਦਾ, ਜੇ ਹੁਣ ਮੈਂ ਦੋਵਾਂ ਦੀ ਸਪੀਚ ਦੀ ਗੱਲ ਕਰਾਂ, ਸਭ ਤੋਂ ਲੇਟੈਸਟ ਇਹੀ ਹੈ ਰਾਹੁਲ ਤੇ PM ਮੋਦੀ ਦੀ ਦੋਨਾਂ ਦੀ ਸਪੀਚ। PM ਮੋਦੀ ਦੀ ਸਪੀਚ ਇੱਕ ਡੈਂਪਨਰ ਹੈ, ਕਿਉਂਕਿ ਜਦੋਂ ਇੱਕ PM ਆਉਂਦਾ ਤੁਹਾਨੂੰ ਲੱਗਦਾ ਪਤਾ ਨਹੀਂ ਕਿੰਨੀ ਵੱਡੀ ਕੋਈ ਨਵੀਂ ਸਕੀਮ ਦੀ ਅਨਾਉਂਸਮੈਂਟ ਹੋ ਜਾਏਗੀ, ਉਹੋ ਜਿਹਾ ਕੁਝ ਮੇਜਰ ਨਹੀਂ ਹੋਇਆ। ਇਜ਼ ਇਟ ਅ ਡੈਂਪਨਰ? ਆਈ ਡੋਂਟ ਥਿੰਕ ਸੋ। ਇਟ ਇਜ਼ ਨਾਟ ਅ ਡੈਂਪਨਰ। ਇਨ ਫੈਕਟ ਮੈਂ ਜੇ ਕਹਾਂ ਕਿ ਇਟ ਵਾਜ਼ ਨਾਟ ਇਹ ਪੋਲੀਟੀਕਲ ਰੈਲੀ ਸੀ। ਜਿਹੜੀਆਂ ਅਨਾਉਂਸਮੈਂਟ ਵਾਲੀ ਸੀ ਉਹ ਤੇ ਆਪਾਂ ਪਹਿਲਾਂ ਹੋਈ ਨਹੀਂ, ਰਾਈਟ, ਉਹ ਇੱਕ ਅਲੱਗ ਇਨਸੀਡੈਂਟ। ਇਹਦੇ ਵਿੱਚ ਉਹਨਾਂ ਨੇ ਹਾਲਾਂਕਿ ਜਿਹੜੇ ਆਪਣੇ ਲੋਨ, ਪੰਜਾਬ ਦੇ ਲੋਨ ਮਾਫ ਕਰਨ ਦੀ, ਉਹਨਾਂ ਨੇ ਵਿਕਾਸ ਦੀ ਗੱਲ ਕੀਤੀ ਹੈ ਕਿ ਅਗਲੇ 10 ਸਾਲਾਂ ਦੀ ਨੈਕਸਟ ਡਿਕੇਡ ਉਹਨਾਂ ਨੇ ਸਾਡੇ ਵਿਰਸੇ ਦੀ, ਉਹਨਾਂ ਨੇ ਗੁਰੂ ਮਹਾਰਾਜ ਦੀਆਂ ਜੋ ਲਰਨਿੰਗਸ ਨੇ ਉਹਨਾਂ ਨੂੰ ਲੈ ਕੇ, ਹਿੰਦੂ ਸਿੱਖ ਭਾਈਚਾਰੇ ਨੂੰ ਲੈ ਕੇ, ਇਹੋ ਹੀ ਚੀਜ਼ਾਂ ਮੋਰ ਔਰ ਲੈਸ ਅਨਾਉਂਸ ਕੀਤੀਆਂ ਨੇ। ਤੇ ਜੇ ਤੁਸੀਂ ਕੰਪੇਅਰ ਕਰੋ ਅਨਾਉਂਸਮੈਂਟਸ, ਖੈਰ ਰਾਹੁਲ ਗਾਂਧੀ ਕੋ ਇਸ ਵੇਲੇ ਕੋਈ ਪਾਵਰ ਵੀ ਨਹੀਂ ਹੈ ਕਿ ਕੁਝ ਅਨਾਉਂਸਮੈਂਟ ਕਰ ਦੇਣ, ਪਰ ਉਹਨਾਂ ਨੇ ਵੀ ਕੁਝ ਇਹੋ ਜਿਹੀ ਕੋਈ ਡਿਫਰੈਂਟ ਚੀਜ਼ ਨਹੀਂ ਬੋਲੀ ਹੈ। ਵੇਖੋ, ਕੋਈ ਵੀ ਨੇਤਾ ਇਸ ਵੇਲੇ ਕੀ ਬੋਲੇਗਾ ਕਿ ਮੈਂ ਤੁਹਾਨੂੰ ਪ੍ਰੋਗਰੈਸ ਦਊਂਗਾ, ਠੀਕ ਹੈ ਨਾ, ਸੁੱਖ ਸ਼ਾਂਤੀ ਬਣਾ ਕੇ ਰੱਖੂੰਗਾ, ਰਾਈਟ, ਲਾਅ ਐਂਡ ਆਰਡਰ ਵਧੀਆ ਹੋ ਜਾਏਗਾ। ਹੁਣ ਸਵਾਲ ਹੈ ਵਾ ਕਿ ਪਹਿਲਾਂ ਕਿਉਂ ਨਹੀਂ ਹੋਇਆ? ਬਿਲਕੁਲ ਸਹੀ ਗੱਲ ਹੈ, ਠੀਕ ਹੈ ਨਾ। ਇਹ ਇਸ ਕਾਰਨ ਮੈਨੂੰ ਇਹ ਲੱਗਦਾ ਕਿ ਬੇਸਿਕਲੀ ਅਟੈਕ, ਮੈਨੂੰ ਲੱਗਦਾ ਕਿ ਇਹਨੇ ਦੋਨੋਂ ਵੱਡੇ ਨੇਤਾਵਾਂ ਦਾ ਇਸ ਤਰ੍ਹਾਂ ਗੌਰਮੈਂਟਸ ਤੇ ਜਾਂ ਡੋਮੈਸਟਿਕ ਜਿਹੜੀ ਸਿਵਲ ਸਰਵਿਸਿਜ਼ ਦੇ ਉੱਤੇ ਅਟੈਕ ਸ਼ੋਭਾ ਹੀ ਨਹੀਂ ਦਿੰਦਾ। ਮੈਂ ਉਸ ਮਾਮਲੇ 'ਚ ਭਾਵੇਂ BJP ਗੌਰਮੈਂਟ, ਭਾਵੇਂ BJP ਹੈ ਭਾਵੇਂ ਕਾਂਗਰਸ ਹੈ, ਇਹਨਾਂ ਦੇ ਵੱਡੇ ਨੇਤਾਵਾਂ ਨੂੰ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੀਦਾ। ਇੱਕ ਵਿਜ਼ਨ ਸਟੇਟਮੈਂਟ ਸਾਨੂੰ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਲਈ ਕੀ ਸਟੇਟਮੈਂਟ ਐਂਡ ਹਾਊ ਇਟ ਵਿਲ ਬੀ ਅਪਰੋਚਡ। ਆਈ ਥਿੰਕ ਰੈਲੀ ਦੇ ਵਿੱਚ ਜਦੋਂ ਇੰਨਾ ਕਰਾਊਡ ਬੈਠਾ ਹੈ, ਉਹਨਾਂ ਨੂੰ ਸਪੈਸੀਫਿਕ ਗੱਲ ਬਹੁਤ ਜ਼ਿਆਦਾ ਕੀਤੀ ਨਹੀਂ ਜਾ ਸਕਦੀ। ਤੇ ਵਟ ਐਵਰ ਹੈਜ਼ ਬੀਨ ਗਿਵਨ, ਹਾਂ, ਵੀ ਕੈਨ ਐਕਸਪੈਕਟ ਆਲਵੇਜ਼ ਮੋਰ। ਮੈਂ ਜੇ ਸੋਚਾਂ ਕਿ ਜੀ PM ਮੋਦੀ ਕੁਝ ਅਨਾਉਂਸਮੈਂਟਸ ਕਰ ਜਾਂਦੇ ਕਿ ਇਹ ਵਾਲੇ ਆਪਾਂ ਚੀਜ਼ਾਂ ਬਣਾ ਰਹੇ ਨੇ, ਜਾਂ ਮੈਡੀਕਲ ਕਾਲਜਸ ਦੀ ਜਿਵੇਂ ਗੱਲ ਚੱਲ ਰਹੀ ਸੀ, ਉਹ ਚੀਜ਼ਾਂ ਸਪੈਸੀਫਿਕਲੀ ਹੋਰ ਅਨਾਉਂਸ ਕਰ ਸਕਦੇ ਸੀ, ਪਰ ਹੁਣ ਰੈਲੀ ਦਾ ਪਰਪਸ ਹੀ ਚੇਂਜ ਹੋ ਗਿਆ ਸੀ। ਤਾਂ ਰੈਲੀ ਵਾਜ਼ ਨਾਟ ਫਰਮ ਦੈਟ ਪਰਸਪੈਕਟਿਵ ਟੂ ਮੇਕ ਅਨਾਉਂਸਮੈਂਟਸ। ਦਿਸ ਰੈਲੀ ਇਜ਼ ਨਾਓ ਪੋਲੀਟੀਕਲ ਰੈਲੀ ਬਿਕਾਜ਼ ਵੀ ਆਰ ਐਟ ਦੀ ਪੀਕ ਆਫ ਆਰ, ਹੋਰ 3-4 ਦਿਨਾਂ 'ਚ ਸਾਰਾ ਕੁਝ ਬੰਦ ਹੋ ਜਾਣਾ ਹੈ। ਸੋ ਉਹਨਾਂ ਦਾ ਪਰਪਸ ਇਹ ਸੀ ਕਿ ਜਿਹੜੇ BJP ਸਪੋਰਟਰਸ ਨੇ, BJP ਵਰਕਰਸ ਨੇ, ਉਹਨਾਂ ਦੇ ਵਿੱਚ ਮੋਟੀਵੇਸ਼ਨ ਲੈ ਕੇ ਆਉਣਾ, ਉਹਨਾਂ ਨੂੰ ਕਹਿਣਾ ਕਿ ਵੀ ਆਰ ਸੀਰੀਅਸ। ਕਿਉਂਕਿ ਕਈ ਵਾਰ ਸ਼ਾਇਦ BJP ਦੇ ਵਰਕਰ ਵੀ ਫੀਲ ਕਰਦੇ ਹੋਣਗੇ ਸਾਡੀ ਸੈਂਟਰਲ ਪਾਰਟੀ ਇੰਨੀ ਸਟਰੋਂਗ ਹੈ, ਸਾਡੇ 'ਚ ਇੰਨਾ ਇੰਟਰਸਟ ਹੀ ਨਹੀਂ ਲੈਂਦੀ, ਰਾਈਟ। ਤੇ ਉਹਨਾਂ ਵਿੱਚ ਬੜਾ ਜੋਸ਼ ਆਏਗਾ, ਉਹਨਾਂ ਦੇ ਲੀਡਰਸ 'ਚ ਜੋਸ਼ ਆਏਗਾ, ਉਹਨਾਂ ਨੂੰ ਆਪਣੇ ਵਿਨਿੰਗ ਦੇ ਚਾਂਸਸ ਵੱਧਦੇ ਨਜ਼ਰ ਆਉਣਗੇ। ਦੈਟ ਇਜ਼ ਦੀ ਹੋਲ ਆਈਡੀਆ। ਜੀ, ਤੇ ਇੱਕ ਗੱਲ, ਕਿਉਂਕਿ ਤੁਸੀਂ ਵੀ ਹਲਕਾ ਜਿਹਾ ਜ਼ਿਕਰ ਕਰਤਾ ਤੇ ਸਾਰਾ ਮੀਡੀਆ ਬਾਰ-ਬਾਰ ਕਰ ਰਿਹਾ, ਮੈਂ ਕਿਹਾ ਉਹਦਾ ਜ਼ਿਕਰ ਕਰ ਲਈਏ। ਜਿਹੜਾ ਚੌਪਰ ਵਾਰ ਜਾਂ ਜੋ ਵੀ ਹੈ ਉਹ ਇਹ ਸਾਰਾ ਚਲਾਉਣ ਲੱਗੇ ਨੇ। ਫਰਸਟ ਥਿੰਗ ਆਈ ਥਿੰਕ ਤੁਸੀਂ ਉਹ ਮੈਂਸ਼ਨ ਕਰਤਾ, ਪਰ ਪੋਲੀਟੀਸ਼ੀਅਨ ਨੂੰ ਇਹੋ ਜਿਹੇ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਸੈਕੰਡਲੀ, ਇੰਨਾ ਮੀਡੀਆ ਨੂੰ ਉਛਾਲਣਾ ਵੀ ਨਹੀਂ ਚਾਹੀਦਾ। ਵੀ ਆਰ ਪੰਜਾਬ ਟੁਡੇ, ਵੀ ਆਰ ਨਾਟ ਗੋਇੰਗ ਟੂ ਡਿਸਕਸ ਜਿਹੜੀ ਚੀਜ਼ ਸਾਡੇ ਜਨਤਾ ਦੇ ਲਈ ਯੂਸਫੁਲ ਨਹੀਂ ਹੈ। ਐਗਜ਼ੈਕਟਲੀ, ਠੀਕ ਹੈ ਨਾ। ਕਿਸੇ ਦਾ ਚੌਪਰ ਚੱਲਿਆ, ਕਿਸੇ ਦਾ ਰਹਿ ਗਿਆ। ਇਹ ਵੇਖੋ, ਜੇ ਆਪਾਂ ਗੌਸਿਪ ਕਰਨੀ ਹੈ, ਆਪਾਂ ਸੋਪ ਸ਼ੋਅ ਤੇ ਕਰਦੇ ਨਹੀਂ ਪਏ, ਸ਼ਾਮ ਦਾ ਡੇਲੀ ਡਰਾਮੇ ਵਾਲਾ ਸ਼ੋਅ ਤਾਂ ਸਾਡਾ ਹੈ ਨਹੀਂ ਆ, ਠੀਕ ਹੈ ਨਾ, ਕਿ ਵੀ ਤੁਸੀਂ ਉਹਦੇ ਸਵਾਦ ਉਹਨੇ ਕਿਉਂ ਕੀਤਾ, ਕਿਉਂ ਨਹੀਂ ਕੀਤਾ, ਹੈ ਨਾ, ਉਹਦੀਆਂ 10 ਗੱਲਾਂ ਬਣ ਜਾਂਦੀਆਂ। ਹਾਊ ਡਜ਼ ਇਟ ਇਫੈਕਟ ਅਸ? ਸਾਡੇ ਪੰਜਾਬ ਨੂੰ ਕੀ ਫਰਕ ਪੈਂਦਾ ਹੈ? ਹੁਣ ਤੁਸੀਂ ਕਹੋ ਕਿ ਜੇ ਇੱਕ ਕਿਸੇ ਨੇ ਕਹਿਤਾ ਜੀ ਤੁਹਾਡਾ ਬਿਕੋਜ਼ ਆਫ ਸਿਕਿਉਰਿਟੀ ਨੇਸ਼ਨ ਇਟ ਕਾਂਟ ਬੀ, ਯੂ ਕਾਂਟ ਗੋ ਏਅਰਲਿਫਟਡ। ਭਾਜੀ ਤੁਹਾਡੇ ਕੋਲ ਗੱਡੀਆਂ ਨੇ, ਯੂ ਆਰ ਦੀ ਸੀ, ਤੁਸੀਂ ਉਸ ਤਰ੍ਹਾਂ ਮੂਵ ਕਰ ਲਓ। ਇਹ ਜ਼ਿਆਦਾ ਡਿਸਕਸ਼ਨ ਵਾਲੀ ਕੋਈ ਗੱਲ ਹੀ ਨਹੀਂ ਹੈ। ਤੇ ਬਸ ਇਹ ਵਾ
ਕਿ ਵਨ ਮੈਨ ਪੰਚ, ਜੇ ਉਹਨਾਂ ਦਾ ਰਾਈਟ ਬਣਦਾ ਸੀ ਤੇ ਉਹਨਾਂ ਦਾ ਜਹਾਜ਼ ਉਡਣਾ ਚਾਹੀਦਾ ਸੀ, ਪਰ ਜੇ ਰੂਲਸ ਉਹਨੂੰ ਰੋਕਦੇ ਨੇ ਤਾਂ ਉਹਨਾਂ ਨੂੰ ਕ੍ਰਿਬ ਵੀ ਨਹੀਂ ਕਰਨਾ ਚਾਹੀਦਾ, ਹੈ ਨਾ। ਤੇ ਦਿਸ ਇਜ਼ ਨਾਟ ਸਮਥਿੰਗ ਜੋ ਸਾਡੇ ਵੋਟਰ ਨੂੰ ਜਾਂ ਪੰਜਾਬੀ ਨੂੰ ਕੋਈ ਫਾਇਦਾ ਨੁਕਸਾਨ ਦੇਣ ਵਾਲਾ, ਵੀ ਕੈਨ ਫੋਰਗੇਟ ਅਬਾਊਟ ਇਟ। ਬਿਲਕੁਲ। ਅੱਛਾ, ਇੱਕ ਮੈਂ ਕਿਉਂਕਿ ਦੋਨਾਂ ਦੀ ਜਦੋਂ ਮੈਂ ਸਪੀਚਸ ਸੁਣ ਰਿਹਾ ਸੀਗਾ, ਇੱਕ ਸਭ ਤੋਂ ਵੱਡਾ ਕਾਮਨ ਪੁਆਇੰਟ ਸੀਗਾ MSMEs ਦੀ ਗੱਲ। ਆਈ ਥਿੰਕ ਦੋਨੋਂ ਰਿਅਲਾਈਜ਼ ਕਰਦੇ ਆ ਕਿ ਛੋਟੇ ਵਪਾਰੀ ਬਹੁਤ ਨੇ, ਤੇ ਕਿਉਂਕਿ ਜਲੰਧਰ ਵਰਗੀ ਸਿਟੀ 'ਚ ਵੀ ਸੀਗੇ ਜਿੱਥੇ ਉਹਨੂੰ ਪਤਾ ਹੈ ਬਹੁਤ ਐਵੇਂ ਦੇ MSME ਵਾਲੇ ਲੋਕ ਹੈਗੇ ਨੇ, ਦੋਵਾਂ ਨੇ ਉਹਦਾ ਜ਼ਿਕਰ ਜ਼ਰੂਰ ਕੀਤਾ ਹੈ। ਰਾਹੁਲ ਗਾਂਧੀ ਕੈਪਟ ਅਟੈਕਿੰਗ ਦ ਸੈਂਟਰ ਕਿ MSME ਲਈ ਕੁਝ ਐਵੇਂ ਦਾ ਅਨਾਊਂਸ ਕੀਤਾ ਹੀ ਨਹੀਂ, ਬਲਕਿ ਉਹਨਾਂ ਦੇ ਅਗੇਂਸਟ ਹੈ। ਉੱਧਰੋਂ ਜਦੋਂ ਨਰਿੰਦਰ ਮੋਦੀ MSMEs ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਵੀ ਇਹੀ ਕਿਹਾ ਕਿ ਪੰਜਾਬ 'ਚ ਕਾਂਗਰਸ ਨੇ ਉਹਨਾਂ ਲਈ ਕੁਝ ਨਹੀਂ ਕੀਤਾ। ਸੋ ਇਹ MSMEs ਦਾ ਆਈ ਥਿੰਕ ਇਹ ਦੇਖਣ ਲੱਗ ਗਏ ਕਿ ਇੰਡਸਟਰੀ ਨੂੰ ਜਾਂ ਛੋਟੇ ਵਪਾਰੀਆਂ ਨੂੰ ਗਰੋ ਕਰਵਾਉਣਾ ਇੰਪੋਰਟੈਂਟ ਹੈ। ਸਹੀ ਗੱਲ ਹੈ। ਸਾਡੇ ਪੰਜਾਬ ਦੀ ਜਿਹੜੀ ਇਕਨੋਮਿਕ ਡਿਟੀਰੀਓਰੇਸ਼ਨ ਹੋਈ ਆ, ਜਿਹੜੀ ਗਰੋਥ ਦੇ ਵਿੱਚ ਪੈਸਿਵਨੈਸ ਆਈ ਆ, ਉਹਦਾ ਰੀਜ਼ਨ ਸੀ ਕਿ ਅਸੀਂ ਇੰਡਸਟਰੀ ਤੇ ਫੋਕਸ ਹੀ ਨਹੀਂ ਕੀਤਾ। ਜਿਹੜੀਆਂ ਵੀ ਗਵਰਨਮੈਂਟਸ ਇਸ ਤੋਂ ਪਹਿਲਾਂ ਆਈਆਂ, ਮੈਂ ਤਾਂ ਕਹਿੰਦਾ ਸਾਡਾ ਥੋੜਾ ਜਿਹਾ ਕਮਿਊਨਿਸਟ ਮਾਈਂਡਸੈਟ ਹੋ ਗਿਆ। ਫਰੀਬੀਜ਼ ਦਿਓ, ਵੋਟਾਂ ਇਕੱਠੀਆਂ ਕਰੋ, ਇਲੈਕਸ਼ਨ ਜਿੱਤੋ, ਕਿਸੇ ਨੂੰ ਫਰੀ ਬਿਜਲੀ ਦੇ ਦਿਓ, ਕਿਸੇ ਦੇ ਲੋਨ ਮਾਫ ਕਰ ਦਿਓ। ਇਸ ਮਾਈਂਡਸੈਟ ਨਾਲ ਸਾਡੀਆਂ ਗਵਰਨਮੈਂਟਾਂ ਹੁਣ ਤੱਕ ਚੱਲਦੀਆਂ ਆਈਆਂ। ਇੰਡਸਟਰੀ ਵਾਲਾ ਤੇ ਹਮੇਸ਼ਾ ਵਿਚਾਰਾ ਰੋਂਦਾ ਪਿਆ, ਜਦਕਿ ਦੈਟ ਪਰਸਨ ਇਜ਼ ਦੀ ਬੈਕਬੋਨ ਆਫ ਆਰ ਕਮਿਊਨਿਟੀ। ਠੀਕ ਹੈ ਨਾ। ਫਾਰਮ ਇਨਕਮ cannot sustain ਪੰਜਾਬ। ਮਾਡਰਨ ਇਕੋਨਮੀ ਵਰਕਸ ਇਨ ਅ ਵੈਰੀ, ਜਿਹੜੀ ਅੱਜ ਕੱਲ੍ਹ ਦੀ ਇਕੋਨਮੀ ਆ, ਦੇਖੋ 1960-70 'ਚ ਜਦੋਂ ਸਾਡੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ, ਇਸੇ ਗ੍ਰੀਨ ਰੈਵੋਲੂਸ਼ਨ ਨੇ ਸਾਨੂੰ ਅਮੀਰ ਬਣਾਇਆ ਜੀ। ਪਰ ਜਿਹੜੀ ਚੀਜ਼ ਇੱਕ ਲੈਵਲ ਤੋਂ ਬਾਅਦ ਕਿਹੜੀ ਇੱਕ ਟਾਈਮ ਤੇ ਫਾਇਦਾ ਦਿੰਦੀ ਸੀ, ਅੱਜ ਉਹ ਨੁਕਸਾਨ ਦੇ ਰਹੀ ਹੈ। ਇਟ ਹੈਜ਼ ਸਟਾਰਟਡ ਅਫੈਕਟਿੰਗ ਹੈਲਥ ਆਫ ਆਰ ਸੋਇਲਸ, ਆਰ ਪੀਪਲ, ਐਵਰੀਥਿੰਗ, ਹੈ ਨਾ। ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਹੁਣ ਪੰਜਾਬ ਨੇ ਜੋ ਇੰਨੇ ਸਾਲ ਪੂਰੇ ਦੇਸ਼ ਦਾ ਬੋਝ ਚੁੱਕਿਆ ਹੈ, ਉਹਨਾਂ ਦਾ ਫੂਡ ਦਾ, ਸੀਰੀਅਲਸ ਦਾ, ਹਰ ਚੀਜ਼ ਦਾ, ਹੁਣ ਉਹ ਵੰਡਿਆ ਜਾਣਾ ਚਾਹੀਦਾ। ਹੁਣ ਇਨਫਰਾਸਟ੍ਰਕਚਰ ਪੂਰੇ ਦੇਸ਼ 'ਚ ਬਣ ਗਿਆ। ਪਹਿਲਾਂ ਤਾਂ ਕਿਉਂਕਿ ਹਰ ਵਾਰੀ ਫੈਮਿਨ ਆਉਂਦਾ ਸੀ, ਇੰਡੀਆ ਦੀ ਬਹੁਤ ਡਿਪੈਂਡੈਂਸੀ ਸੀ, ਇੰਡੀਆ ਵਾਜ਼ ਐਟ ਰਿਸਕ ਆਲਸੋ। ਹੁਣ ਸਾਡੀ ਫੂਡ ਸਿਕਿਉਰਿਟੀ ਹੋ ਗਈ ਆ, ਅਲੱਗ-ਅਲੱਗ ਥਾਵਾਂ ਦੇ ਅਲੱਗ-ਅਲੱਗ ਸਟੇਟਸ 'ਚ ਇਨਫ ਪ੍ਰੋਡਕਟਿਵਿਟੀ ਤੇ ਟੂਲਸ ਪਹੁੰਚ ਗਏ ਨੇ। ਇਹ ਲੋਡ ਸਾਨੂੰ ਵੈਸੇ ਵੀ ਛੱਡਣਾ ਚਾਹੀਦਾ। ਤਾਂ ਜੇ ਆਪਾਂ ਐਗਰੀਕਲਚਰ 'ਚ ਲੋਕੀ ਕੱਢਾਂਗੇ ਤੇ ਕਿਤੇ ਲਾਵਾਂਗੇ। ਫਿਰ ਪ੍ਰੋਸੈਸਿੰਗ, ਫੂਡ ਪ੍ਰੋਸੈਸਿੰਗ ਡੈਫੀਨੇਟਲੀ ਕੁਡ ਬੀ ਵਨ ਥਿੰਗ, ਬਟ ਨਹੀਂ ਇਹ ਨਹੀਂ ਕਿ ਸਿਰਫ ਚਾਵਲ ਕਣਕ ਹੀ ਉਗਾਈ ਜਾਓ। ਜੇ ਆਪਾਂ ਇਹ ਇਨਸਿਸਟ ਕਰਾਂਗੇ ਕਿ ਬਈ ਸਰਕਾਰ ਨੂੰ ਹੀ ਵੇਚਣਾ ਹੈ, ਹਾਲਾਂਕਿ ਮਿਨਿਸਟਰ ਅਨਾਊਂਸ ਕਰਦੇ ਨੇ, ਵੀ ਕੈਂਟ ਹੈਵ ਇਟ ਬੋਥ ਵੇਜ਼। ਠੀਕ ਹੈ ਨਾ। ਵੀ ਹੈਵ ਟੂ ਡਾਇਵਰਸੀਫਾਈ ਆਰ ਕ੍ਰੌਪਸ। MSME ਇਹਦੇ 'ਚ ਵੀ ਆਉਂਦੇ ਨੇ। ਫਿਰ ਜਲੰਧਰ, ਰਾਈਟ, ਇਟ ਵਾਜ਼ ਅ ਗਲੋਬਲ ਹੱਬ ਫॉर ਸਪੋਰਟਸ ਮੈਨੂਫੈਕਚਰਿੰਗ। ਹੁਣ ਜਿਹੜੇ ਥੋੜੇ ਬਹੁਤ ਐਸਟੈਬਲਿਸ਼ ਪਲੇਅਰ ਨੇ ਉਹ ਵੀ ਚੱਲਦੇ ਪਏ ਨੇ, ਬਟ ਨਿਊ ਪੀਪਲ ਆਰ ਨਾਟ ਕਮਿੰਗ ਇਨ, ਤੇ ਉਹਨਾਂ ਦਾ ਵੀ ਬਿਜ਼ਨਸ ਗਰੋਥ ਉਸ ਤਰ੍ਹਾਂ ਦੀ ਹੋਈ ਨਹੀਂ। ਉਹਦੇ 'ਚ ਟੈਕਨੋਲੋਜੀ ਇਨਪੁਟ ਉਸ ਤਰ੍ਹਾਂ ਨਹੀਂ ਆਈ, ਉਹਨਾਂ ਨੂੰ ਮਾਰਕੀਟਿੰਗ ਸਪੋਰਟ ਉਸ ਤਰ੍ਹਾਂ ਨਹੀਂ ਮਿਲੀ। ਤੇ ਪੰਜਾਬ ਦੀ ਜਿਹੜੀ ਸਰਟਨ ਇੰਡਸਟਰੀਜ਼ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਵੀ ਸਪੋਰਟ ਮਿਲਣੀ ਚਾਹੀਦੀ ਹੈ, ਕਿ ਜਿਹੜੇ ਸਾਡੇ ਐਕਸਪੋਰਟ ਓਰੀਐਂਟਡ ਚੀਜ਼ਾਂ ਨੇ, ਸਾਡੇ ਜਿੱਥੇ ਵੀ ਸਾਡੀਆਂ ਜਿਹੜੀਆਂ ਫੋਰਨ, ਵਟ ਯੂ ਕਾਲ ਦੈਟ, ਇੱਥੇ ਮੈਂ ਬ੍ਰੇਕ ਲੈ ਸਕਦਾ, ਜਿਹੜੀਆਂ ਸਾਡੀਆਂ ਵਟ ਯੂ FDIs ਕਿਹਦੀ ਗੱਲ ਕਰ ਰਹੇ ਹੋ, ਜਿਹੜੀਆਂ ਬਾਹਰ ਹੁੰਦੀਆਂ ਨੇ, ਸਾਡੀਆਂ ਦੇਸ਼ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਸਾਡੀਆਂ ਮਲਟੀਨੈਸ਼ਨਲਸ, ਨਹੀਂ ਗਵਰਨਮੈਂਟ ਦੇ ਜਿਹੜੇ ਹੁੰਦੇ ਆ ਆਫਿਸ, ਐਮਬੈਸੀਜ਼। ਹਾਂ ਸੌਰੀ, ਹਾਂ ਚਲੋ ਇਹਨੂੰ ਕੱਢ ਦਾਂਗੇ ਆਪਾਂ, ਕੰਟੀਨਿਊ। ਚਲੋ ਹੁਣ ਜਿਹੜੀਆਂ ਸਾਡੇ ਦੇਸ਼ ਦੀਆਂ ਫੋਰਨ 'ਚ ਐਮਬੈਸੀਜ਼ ਹੈਗੀਆਂ ਨੇ, ਦੇ ਸ਼ੁੱਡ ਬੀ ਦੀ marketing offices of our MSMEs, not just bigger companies, right? ਸਾਡੀ ਗਵਰਨਮੈਂਟ ਨੂੰ ਇਹ ਸਮਝਣਾ ਚਾਹੀਦਾ, ਜਿਵੇਂ ਸਾਡਾ ਬਜਟ ਆਉਂਦਾ ਹੈ, ਜੇ ਲੈਟਸ ਸੇ ਆਪਾਂ ਐਤਕੀ ਕੈਪੈਕਸ ਦਾ ਸੋਚਿਆ 38%, ਵੈਰੀ ਗੁੱਡ ਇਨੀਸ਼ੀਏਟਿਵ, ਅਸੀਂ ਸੋਲਰ એનર્ਜੀ ਜਾਵਾਂਗੇ। ਤੁਹਾਨੂੰ ਮੈਂ ਦੱਸਾਂ ਕਿ ਫੋਰਨ ਕੰਟਰੀਜ਼ ਦੇ ਜਿਹੜੇ ਲੋਕੀ ਨੇ, ਉਹਨਾਂ ਨੇ ਵੀ ਉਹਨਾਂ ਦੀ ਬਜਟ ਸਾਡਾ ਵੇਖਿਆ ਹੋਏਗਾ, ਉਹਨਾਂ ਨੇ ਆਪਣੀ ਇੰਡਸਟਰੀ ਨੂੰ ਅਲਰਟ ਕੀਤਾ ਹੋਏਗਾ ਕਿ ਬਈ ਪੰਜਾਬ, ਇੰਡੀਆ ਦੀ ਗਵਰਨਮੈਂਟ ਦਾ ਇੱਥੇ ਫੋਕਸ ਹੈ, ਤੁਸੀਂ ਇੱਥੇ ਆ ਕੇ ਫੋਕਸ ਕਰੋ ਆਪਣੀ ਇਹ ਪ੍ਰੋਡਕਟ, ਉਹਨਾਂ ਨੂੰ ਸਪੋਰਟ ਦੇਣਗੇ। ਇਸ ਤਰ੍ਹਾਂ ਹੀ ਸਾਨੂੰ ਵੀ ਸਾਡੇ ਪੰਜਾਬ ਦਾ ਵੀ ਇੱਕ ਆਫਿਸ ਹੋਣਾ ਚਾਹੀਦਾ, ਪੰਜਾਬ ਗਵਰਨਮੈਂਟ ਦਾ ਵੀ, ਸਾਡੀ ਸੈਂਟਰਲ ਗਵਰਨਮੈਂਟ ਦਾ ਵੀ ਆਫਿਸ ਹੋਣਾ ਚਾਹੀਦਾ, ਕਿ ਇੱਥੇ ਇਹ ਕਲਸਟਰਸ ਹੈਗੇ ਨੇ, ਉਹ ਦੱਸਣ ਕਿ ਇਹਨਾਂ ਗਵਰਨਮੈਂਟਸ ਨੇ ਇਹ ਜਿੱਥੇ ਸਪੋਰਟਸ ਦੀ ਜ਼ਿਆਦਾ ਫੈਸਿਲਿਟੀ ਦੇ ਸਕਦੇ ਨੇ, ਜਾਂ ਐਗਰੀਕਲਚਰ ਐਕਸਪੋਰਟ। ਮੈਂ ਤਾਂ ਅੱਗੇ ਵੀ ਇੱਕ ਵਾਰੀ ਕਿਹਾ ਕਿ ਬਈ ਸਭ ਤੋਂ ਬੈਸਟ ਪਾਸਤਾ ਤੇ ਪੀਜ਼ਾ ਪੰਜਾਬੀ ਉਹਦਾ ਬਣਨਾ ਚਾਹੀਦਾ ਹੈ, ਵੀਟ ਦਾ। ਵਾਈ ਦਿਸ ਕਾਂਟ ਬੀ ਡਨ? ਅਸੀਂ ਉਸ ਕੁਆਲਿਟੀ ਦਾ, ਆਰਗੈਨਿਕ, ਨੈਚੁਰਲ, ਉਸ ਕੁਆਲਿਟੀ ਦੀ ਚੀਜ਼ ਤੇ ਬਣਾਈਏ, ਬਿਲਕੁਲ, ਸੋ ਦੈਟ ਇਟ ਇਜ਼ ਅਸੈਪਟਡ ਇੰਟਰਨੈਸ਼ਨਲੀ। ਸਾਨੂੰ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਹੈ, ਆਪਣੇ ਆਪ ਇਨਕਮਸ ਵਧਣਗੀਆਂ, ਪੀਪਲ ਵਿਲ ਹੈਵ ਵੈਰੀ ਗੇਨਫੁਲ ਇੰਪਲੋਇਮੈਂਟ। ਜਦੋਂ ਗੇਨਫੁਲ ਇੰਪਲੋਇਮੈਂਟ ਹੋਏਗੀ, ਆਪਣੇ ਆਪ ਲੋਕੀ ਨਸ਼ਿਆਂ ਤੋਂ, ਲਾਅ ਐਂਡ ਆਰਡਰ ਸਿਚੁਏਸ਼ਨ ਤੋਂ ਦੂਰ ਰਹਿਣਗੇ। ਬਿਲਕੁਲ। ਐਜੂਕੇਸ਼ਨ ਦੀ ਗੱਲ ਮੈਨੂੰ ਲੱਗਦਾ ਕਿਸੇ ਨੇ ਨਹੀਂ ਕੀਤੀ ਜੀ, ਪਤਾ ਨਹੀਂ ਅਸੀਂ ਨਹੀਂ ਸੁਣਨਾ ਚਾਹੁੰਦੇ, ਔਰ ਲੀਡਰ ਜਾਣਦੇ ਨੇ ਸਾਡਾ ਇੰਟਰਸਟ ਨਹੀਂ ਹੈ। ਕੁਆਲਿਟੀ ਐਜੂਕੇਸ਼ਨਲ ਇੰਸਟੀਚਿਊਟ ਤੋਂ ਬਿਨਾਂ ਸਟੇਟ ਅੱਗੇ ਨਹੀਂ ਵਧ ਸਕਦਾ। ਬਿਲਕੁਲ। ਅਨਫੋਰਚੂਨੇਟਲੀ ਕੋਈ ਵੀ ਸਟੇਟ ਯੂਨੀਵਰਸਿਟੀ ਇਸ ਵੇਲੇ ਸਾਡੇ ਇੱਥੇ ਨਹੀਂ ਹੈ, ਜਾਂ ਸਟੇਟ ਕਾਲਜ ਜਿਹਨੂੰ ਆਪਾਂ ਵਰਲਡ ਕਲਾਸ ਕਹਿ ਪਾਈਏ ਜੀ, ਜਿੱਥੇ ਇਨੋਵੇਸ਼ਨ ਹੋ ਰਹੀ ਹੋਵੇ।
ਸਾਡੇ ਤੇ ਇੰਨੀਆਂ ਪਾਲਿਸੀ ਆਈਆਂ ਗਵਰਨਮੈਂਟ ਦੀਆਂ ਫॉर IT ਐਂਡ ਅਦਰ ਸੈਕਟਰਸ, ਕੰਪਨੀਆਂ ਕਿਉਂ ਨਹੀਂ ਆ ਰਹੀਆਂ? ਟੈਲੈਂਟ ਇਜ਼ ਦੀ ਮੋਸਟ ਕ੍ਰਿਟੀਕਲ। ਪੰਜਾਬ ਦੀ ਸਭ ਤੋਂ ਵੱਡੀ ਅਟਰੈਕਸ਼ਨ ਤੁਹਾਨੂੰ ਪਤਾ ਕੀ ਹੈ? ਪੰਜਾਬੀ। ਜੀ। we have to be so skilled, dedicated, sincere that people say ਕਿ this is where we want to set up our offices। ਬਿਲਕੁਲ ਠੀਕ ਹੈ, ਬਾਕੀ ਸਭ ਕੁਝ ਤੇ ਹੈਗਾ ਹੀ ਹੈ, but we have to be the top product of our ਪੰਜਾਬ। ਬਿਲਕੁਲ। ਉਹਦੇ ਲਈ ਕੋਈ ਪਾਲਿਸੀ ਆਣੀ ਚਾਹੀਦੀ ਕਿ ਸਾਡੇ ਇੱਥੋਂ ਦੇ ਯੂਥ ਨੂੰ ਵਰਲਡ ਕਲਾਸ ਟੈਲੈਂਟ ਕਿਵੇਂ ਬਣਾਉਣਾ ਹੈ, ਉਹਨਾਂ 'ਚੋਂ ਵੈਲਿਊ ਸਿਸਟਮ ਕਿਵੇਂ ਪਾਉਣਾ ਹੈ, ਇਹ ਚੀਜ਼ਾਂ ਤੇ ਡਿਸਕਸ਼ਨ ਕਰਨ ਦੀ ਲੋੜ ਹੈ। ਤੇ ਬਾਅਦ 'ਚ ਪਾਲਿਸੀ ਓਰੀਐਂਟਡ ਆਫ ਕੋਰਸ, ਤੇ ਇਹ ਕੰਸਿਸਟੈਂਟਲੀ ਸਾਡੇ ਨੇਤਾਵਾਂ ਨੂੰ ਇੱਥੇ ਫੋਕਸ ਕਰਨ ਦੀ ਲੋੜ ਹੈ। ਉਹ ਕਹਿੰਦੇ ਪਏ ਜੀ ਮੈਂ ਰੇਤਾ ਦਾ ਰੇਟ ਘੱਟ ਕਰ ਦੂੰਗਾ, ਕੋਈ ਕਹਿੰਦਾ ਪਿਆ ਜੀ ਮੈਂ ਮਤਲਬ ਇਹ ਹੋਈ ਕਿ ਤੁਹਾਨੂੰ ਇਹ ਚੀਜ਼ ਸਸਤੀ ਮਿਲੇਗੀ। ਇਹ ਦਿਸ ਇਜ਼ ਨੋਟ, ਇਹ ਪ੍ਰੋਬਲਮ ਨਹੀਂ ਆ, ਇਹ ਐਂਡ ਰਿਜ਼ਲਟ ਹੈ ਬੇਸਿਕ ਪ੍ਰੋਬਲਮਸ ਦੇ ਕਾਰਨ, ਕਰਪਸ਼ਨ ਦੇ ਕਾਰਨ। ਇਹ ਕਰਪਸ਼ਨ ਦਾ ਐਂਡ ਰਿਜ਼ਲਟ ਹੈ ਜੀ, ਹੈ ਨਾ। ਡਰੱਗਸ ਕਿਸ ਕਾਰਨ ਆਉਂਦੀਆਂ ਨੇ? ਨਹੀਂ ਥੋੜਾ ਕਿ ਕਿਸੇ ਨੂੰ ਅਚਾਨਕ ਐਵਰੀਵਨ ਇਜ਼ ਫੀਲਿੰਗ ਕੰਪੈਲਡ ਟੂ ਟੇਕ ਚਿੱਟਾ, ਇਟ ਇਜ਼ ਬਿਕੋਜ਼ ਆਫ ਲਾਅ ਐਂਡ ਆਰਡਰ। ਬਿਲਕੁਲ, ਕਰਪਸ਼ਨ ਦੇ ਕਾਰਨ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ। ਤੇ ਸਾਨੂੰ ਬੇਸਿਕਲੀ ਇਸ ਵੇਲੇ ਸਾਡੇ ਇਹਨਾਂ ਅੱਗੇ ਕਰਪਸ਼ਨ ਕੌਣ ਘੱਟ ਕਰ ਸਕਦਾ ਹੈ, ਇਹ ਇੰਪੋਰਟੈਂਟ ਚੀਜ਼ ਹੈਗੀ ਆ ਸਾਡੇ ਲਈ ਜੀ। ਆਈ ਥਿੰਕ ਅਸੀਂ ਸ਼ੁਰੂਆਤ ਕੀਤੀ ਕਿ ਨੈਸ਼ਨਲ ਲੀਡਰਸ ਪੰਜਾਬ 'ਚ ਕਿਉਂ ਆ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦੀ ਸਪੀਚਸ ਨੂੰ ਡਾਇਸੈਕਟ ਕੀਤਾ, ਐਂਡ ਫਾਈਨਲੀ ਆਈ ਥਿੰਕ ਇਹ ਅੱਛੀ ਕਨਕਲੂਜਨ ਹੈ ਕਿ ਕੀ ਹੋਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਕੀ ਕੁਝ ਹੋ ਰਿਹਾ। ਖਾਸ ਕਰਕੇ ਜੋ ਅਟੈਕਸ ਚੱਲ ਰਹੇ ਨੇ ਉਹ ਵੀ ਬਿਨਾਂ ਗੱਲੋਂ ਜਿਹੜੇ ਤੀਰ ਛੱਡੇ ਜਾ ਰਹੇ ਨੇ ਇੱਕ ਦੂਸਰੇ 'ਤੇ, ਉਹਦੀ ਜਗ੍ਹਾ ਕਿਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ, ਅਤੇ ਉਹ ਕਿਸ ਤਰ੍ਹਾਂ ਦੀ ਗੱਲ ਸਾਨੂੰ ਡਿਮਾਂਡ ਕਰਨ ਦੀ ਲੋੜ ਹੈ, ਕਿਸ ਤਰ੍ਹਾਂ ਦੇ ਇਸ਼ੂਜ਼ ਅਸੀਂ ਮੈਨੂੰ ਲੱਗਦਾ ਬਾਰ-ਬਾਰ ਇਹ ਗੱਲ ਕਰਦੇ ਹਾਂ ਕਿ ਸਾਨੂੰ ਹੀ ਉਹ ਚੱਕਣ ਦੀ ਲੋੜ ਹੈ, ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ, ਰੈਦਰ ਦੈਨ ਆ ਜਿਹੜੇ ਅਟੈਕਸ ਨੂੰ ਅਸੀਂ ਚੱਕਦੇ ਰਹਿੰਦੇ ਹਾਂ ਕਿਸੇ ਨੇ ਦੂਜੇ ਬਾਰੇ ਕੀ ਕਹਿਤਾ ਤੇ ਕੀ ਨਹੀਂ। ਦੇਖੋ ਮੀਡੀਆ ਦੀ ਰਿਸਪੌਂਸਿਬਿਲਿਟੀ ਬਹੁਤ ਹੈ। ਮੈਂ ਤੇ ਆਪਣੇ ਮੀਡੀਆ ਦੇ ਜਿਹੜੇ ਹੋਰ ਆਪਣੇ ਇਸ ਫੀਲਡ ਦੇ ਜਿਹੜੇ ਦਿੱਗਜ ਨੇ ਉਹਨਾਂ ਨੂੰ ਕਹੂੰਗਾ ਕਿ ਡੋਂਟ ਇੰਡਲਜ ਇਨ ਦਿਸ। ਕਿਤੇ ਅਸੀਂ ਵੀ ਗਲਤੀ ਉਹ ਕਰਦੇ ਹਾਂ ਕਿ ਅਸੀਂ ਜੋ ਨੇਤਾ ਕਰਵਾਉਣਾ ਚਾਹੁੰਦਾ ਉਹ ਕਰ ਦਿੰਦੇ ਹਾਂ, ਕੋਈ ਕਿਸੇ ਪਾਰਟੀ ਦੇ ਹਿਸਾਬ ਨਾਲ, ਕੋਈ ਕਿਸੇ ਪਾਰਟੀ ਦੇ ਹਿਸਾਬ ਨਾਲ, ਜਾਂ ਅਸੀਂ ਸਵਾਲ ਹੀ ਉਹੋ ਜਿਹੇ ਪੁੱਛਦੇ ਹਾਂ। ਪਹਿਲਾਂ ਤਾਂ ਸਾਨੂੰ ਆਪਣੀ ਅੰਡਰਸਟੈਂਡਿੰਗ ਡੀਪ ਕਰਨੀ ਪਏਗੀ। ਜੇ ਮੈਂ ਕਿਸੇ ਮਿਨਿਸਟਰ ਨੂੰ ਇਕਨੋਮਿਕਸ ਤੇ ਘੇਰਨਾ, ਥੋੜਾ ਜਿਹਾ ਹੋਮਵਰਕ ਕਰਕੇ ਮੈਨੂੰ ਵੀ ਜਾਣਾ ਪਏਗਾ। ਸੋ ਵੀ ਨੀਡ ਦੋਜ਼ ਕਾਈਂਡ ਆਫ ਜਰਨਲਿਸਟ ਇਨ ਆਰ ਫੀਲਡ ਹੂ ਕੈਨ ਆਸਕ ਦੋਜ਼ ਡੀਪ ਐਂਡ ਡਿਫਿਕਲਟ ਕੁਐਸਚਨਸ। ਬਿਲਕੁਲ ਰਾਈਟ। ਬੜਾ ਆਸਾਨ ਹੈ ਪੁੱਛਣਾ ਜੀ ਤੁਹਾਡਾ ਹੈਲੀਕਾਪਟਰ ਨਹੀਂ ਉੱਡਣ ਦਿੱਤਾ, ਤੁਸੀਂ ਕੀ ਸੋਚਦੇ ਪਏ ਹੋ, ਹੈ ਨਾ, ਇਹ ਤਾਂ ਮਤਲਬ ਤੁਹਾਡੇ ਨਾਲ ਦੁਸ਼ਮਣੀ। ਇਟਸ ਵੈਰੀ ਈਜ਼ੀ, ਕੈਜੂਅਲ ਕਨਵਰਸੇਸ਼ਨ ਹੈ, ਕੋਈ ਇਹ 'ਚ ਦਿਮਾਗ ਨਹੀਂ ਲੱਗਣਾ ਤੇ ਲੋਕਾਂ ਨੂੰ ਸਵਾਦ ਆਈ ਜਾਣਾ ਜੀ। ਠੀਕ ਹੈ ਨਾ। ਤੇ ਤੁਹਾਡੀ TRP ਵੀ ਵਧੀ ਜਾਣੀ ਆ, ਮਿਨਿਸਟਰ ਵੀ ਖੁਸ਼ ਹੈ ਕਿ ਉਹਨੂੰ ਫੁਟੇਜ ਵੀ ਮਿਲ ਗਈ, ਪਰ ਕੋਈ ਮੁਸ਼ਕਿਲ ਸਵਾਲ ਨਹੀਂ ਪੁੱਛਿਆ ਗਿਆ ਤੇ ਉਹ ਵਿਕਟਿਮ ਕਾਰਡ ਵੀ ਪਲੇ ਕਰ ਗਿਆ। ਬਿਲਕੁਲ ਠੀਕ ਹੈ ਨਾ। ਕਿਸੇ ਵੀ ਪਾਰਟੀ ਦੇ ਮਿਨਿਸਟਰ ਨਾਲ ਤੁਸੀਂ ਇਹ ਕਰ ਸਕਦੇ, ਤੁਸੀਂ ਕਹਿੰਦੇ ਜੀ ਮੈਂ ਉਹਨੂੰ ਛੱਡਾਂਗਾ, ਉਹਨਾਂ ਨੂੰ ਫੜਾਂਗਾ, ਇਹ ਸਾਰੀ ਚੀਜ਼ਾਂ ਕਰਨਾ ਬੜਾ ਆਸਾਨ ਹੈ। ਬਿਲਕੁਲ। ਬਟ ਮੈਨੂੰ ਲੱਗਦਾ ਇਸ ਲੋਕਾਂ ਨੂੰ ਅਸੀਂ ਵੀ ਰਿਪਰੈਜ਼ੈਂਟ, ਵੀ ਆਰ ਦੀ 4th ਪਿਲਰ ਆਫ ਡੈਮੋਕ੍ਰੇਸੀ। ਤੇ ਸਾਡੀ ਬੜੀ ਗਹਿਰੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਹੋਮਵਰਕ ਕਰਕੇ ਆਈਏ ਤੇ ਇਹੋ ਜਿਹੇ ਸਵਾਲ ਪੁੱਛੀਏ ਕਿ ਨੇਤਾ ਨੂੰ ਲੱਗੇ, ਵੇਖੋ ਨੇਤਾ ਨੂੰ ਲੱਗੇ ਕਿ ਬਈ ਮੈਂ ਇਹਨਾਂ ਦੇ ਜਵਾਬ ਲੈ ਕੇ ਜਾਣੇ ਆ ਤੇ ਇਹਨਾਂ ਤੇ ਕੁਛ ਐਕਸ਼ਨ ਕਰਨਾ ਜੀ। ਠੀਕ ਹੈ, ਅਸੀਂ ਕੁਆਂਟੀਫਾਈ ਕਰ ਪਾਈਏ। ਤੇ ਉਸ ਬਰੀਡ ਆਫ ਜਰਨਲਿਸਟ ਨੂੰ ਵੀ ਇੱਕ ਡਿਵੈਲਪ ਕਰਨ ਦੀ ਲੋੜ ਹੈ, ਹੂ ਆਰ ਗੁੱਡ ਐਟ ਐਨਾਲਿਟੀਕਲ ਸਕਿੱਲਸ, ਹੂ ਅੰਡਰਸਟੈਂਡ ਸਰਟਨ ਐਸਪੈਕਟਸ। ਵੇਖੋ ਇੰਪੋਰਟੈਂਟ ਨੀਡਸ ਕੀ ਨੇ? ਹੈਲਥ, ਸਾਡੀ ਇਕਨੋਮਿਕ ਡਿਵੈਲਪਮੈਂਟ, ਐਜੂਕੇਸ਼ਨ, ਲਾਅ ਐਂਡ ਆਰਡਰ ਜੀ, ਇਨਫਰਾਸਟਰਕਚਰ ਬੜੀਆਂ ਜੀ। ਇਸ ਤੋਂ ਇਲਾਵਾ ਕੋਈ ਗੱਲ ਹੋਣੀ ਚਾਹੀਦੀ ਹੈ? ਕਿਸੇ ਹੋਰ ਚੀਜ਼ ਦੀ ਲੋੜ ਹੈ? ਲਾਅ ਐਂਡ ਆਰਡਰ ਸਾਡਾ ਭਾਈਚਾਰਾ ਆ ਜਾਂਦਾ ਹੈ। ਠੀਕ ਹੈ ਨਾ। ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਹੁਣ ਅੱਜ ਦੋਨੋਂ ਨੇਤਾਵਾਂ ਨੇ ਕਿਹਾ ਕਿ ਬਈ ਭਾਈਚਾਰਾ ਹੋਣਾ ਚਾਹੀਦਾ। ਬਹੁਤ ਵਧੀਆ ਗੱਲ ਹੈ ਜੇ ਟੌਪ ਲੀਡਰ ਇਹ ਗੱਲ ਕਰਦੇ ਪਏ ਨੇ, ਰਾਈਟ। ਇਹ ਜਿਹੜਾ ਰਿਲੀਜਨ ਹੈ ਨਾ, ਕਈ ਪਾਰਟੀਆਂ ਰਿਲੀਜਨ ਨੂੰ ਯੂਜ਼ ਕਰਦੀਆਂ ਨੇ, ਕਈ ਵਾਰੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਬਟ ਦਿਸ ਆਈ ਥਿੰਕ ਇਜ਼ ਦੀ ਪੋਜ਼ਿਟਿਵ ਮੈਸੇਜ ਔਨ ਬੋਥ ਦੀ ਸਪੀਚਿਸ। ਬਿਲਕੁਲ। ਹਿੰਦੂ ਸਿੱਖ ਭਾਈਚਾਰਾ ਇਜ਼ ਕ੍ਰਿਟੀਕਲ, ਰਾਈਟ, ਨਾਟ ਜਸਟ ਫॉर ਪੰਜਾਬ, ਫॉर द ਇੰਟਾਇਰ ਨੇਸ਼ਨ। ਮੈਂ ਤਾਂ ਇਹ ਕਹਿਣਾ, ਕਿਉਂਕਿ ਮੈਂ ਬੜੀ ਵਾਰੀ ਕਹਿਣਾ ਲੋਕਾਂ ਨੂੰ, ਮੇਰੇ ਕੋਲ ਹੁਣੀ ਵੀ ਇੱਕ ਬਹੁਤ ਉੱਚੀ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਰਿਪਰੈਜ਼ੈਂਟੇਟਿਵ ਹੁਣੀ ਥੋੜ੍ਹੀ ਦੇਰ ਪਹਿਲਾਂ ਮੇਰੇ ਕੋਲ ਆ ਕੇ ਬੈਠੇ ਹੋਏ ਸੀ, ਤੇ ਉਹ ਹਾਲਾਂਕਿ ਰਿਲੀਜੀਅਸ ਆਰਗੇਨਾਈਜੇਸ਼ਨ ਤੋਂ ਨੇ ਤੇ ਥੋੜ੍ਹੇ ਜਿਹੇ ਲੋਕੀ ਬਾਇਸਡ ਹੋ ਜਾਂਦੇ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਜੀ, ਰਿਲੀਜਨ ਜਿਹੜਾ ਹੈਗਾ ਨਾ ਉਹ ਸਾਡੇ ਲਈ ਸੱਚ ਹੈ, ਅਸੀਂ ਰੱਬ ਨੂੰ ਮੰਨਦੇ ਹਾਂ ਕਿ ਰੱਬ ਸੱਚ ਹੈ ਨਾ। ਤੇ ਜਿਹੜਾ ਇੰਟੈਲੀਜੈਂਟ ਆਦਮੀ ਹੈ ਜਾਂ ਪੀਪਲ ਹੂ ਆਰ ਵਾਈਜ਼, ਉਹਨਾਂ ਲਈ ਇੰਨਾ ਇੰਪੋਰਟੈਂਟ ਨਹੀਂ ਹੈ ਜੀ। ਤੇ ਜਿਹੜੇ ਲੀਡਰ ਨੇ ਉਹਨਾਂ ਲਈ ਯੂਜ਼ਫੁਲ ਹੈ, ਹਾਂ, ਉਹਨਾਂ ਨੇ ਇਹਦਾ ਯੂਜ਼ ਕਰਨਾ। ਬਿਲਕੁਲ। ਇਹ ਗੱਲ ਜੇ ਆਪਾਂ ਸਮਝ ਲਾਂਗੇ, ਇਹ ਗੱਲ ਅਸੀਂ ਬਾਰ-ਬਾਰ ਆਪਣੇ ਲੋਕਾਂ ਦੇ ਦਿਮਾਗ 'ਚ ਪਾਉਣਾ ਚਾਹੁੰਦੇ ਹਾਂ ਕਿ ਯੂ ਬਿਕਮ ਅ ਟੂਲ ਐਟ ਦੇਅਰ ਹੈਂਡਸ। ਤੁਹਾਡਾ ਸੱਚ, ਜਿਸ ਚੀਜ਼ ਨੂੰ ਤੁਸੀਂ ਸੱਚ ਮੰਨਦੇ ਹੋ, ਸੀਰੀਅਸ ਆਪਣੀ ਆਇਡੈਂਟੀਟੀ ਉਹਦੇ ਵਿੱਚ ਵੇਖਦੇ ਹੋ, ਉਸ ਆਇਡੈਂਟੀਟੀ ਨੂੰ ਕੋਈ ਲੀਵਰੇਜ ਨਾ ਕਰ ਲੇ। ਇਹ ਧਿਆਨ ਰੱਖੋ। ਪੋਲੀਟੀਸ਼ੀਅਨ ਦਾ ਤੁਹਾਡੇ ਰਿਲੀਜਨ ਨਾਲ ਕੁਛ ਲੈਣਾ ਦੇਣਾ ਨਹੀਂ ਹੈ। ਬਿਲਕੁਲ। ਉਹਨੂੰ ਕਹੋ ਕਿ ਤੂੰ ਮੇਰੇ ਰਿਲੀਜਨ ਦੀ ਫਿਕਰ ਨਾ ਕਰ। ਬਿਲਕੁਲ। ਉਹ ਤੁਹਾਡੇ ਅੰਦਰ ਹੈ, ਤੁਹਾਡਾ ਹੀ ਆਪਣਾ ਡਾਇਰੈਕਟ ਕਨੈਕਟ ਹੈ ਜੀ। ਉਹ ਨਾ ਰੱਬ ਨੂੰ
ਨਾ ਵੇਖੋ ਜੀ ਕੋਈ ਗੱਲ ਕਵੇਗੀ, ਨਾ ਕਿਸੇ ਵੀ ਰੱਬ ਨੂੰ, ਨਾ ਤੇ ਕਿਸੇ ਪੋਲੀਟੀਸ਼ੀਅਨ ਦੀ ਲੋੜ ਹੈ, ਨਾ ਸਾਨੂੰ ਕਿਸੇ ਪੋਲੀਟੀਸ਼ੀਅਨ ਦੀ ਲੋੜ ਹੈ ਇਹ ਦੱਸਣ ਲਈ ਕਿ ਵੀ ਸਾਡਾ ਰੱਬ ਖਤਰੇ 'ਚ ਹੈ ਕਿ ਨਹੀਂ ਜੀ। ਇਹ ਚੀਜ਼ ਆਪਾਂ ਕੋਈ ਜਿਹੜੀ ਇਹ ਗੱਲ ਕਰਦਾ ਨਾ, ਵੋਟਰ ਸੋਚ ਲੈਣ ਜਿੰਨੇ ਇਹ ਗੱਲ ਕਰਤੀ ਹੈ ਕਿ ਬਈ ਨਹੀਂ ਜੀ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ, ਅਸੀਂ ਇਸ ਰਿਲੀਜਨ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇਸ ਕਮਿਊਨਿਟੀ, ਉਹਨੂੰ ਤੇ ਵੋਟ ਪਾਓ ਹੀ ਨਾ ਜੀ, ਹੈ ਨਾ। ਤੇ ਆਪੀ ਉਹਨਾਂ ਨੂੰ ਲੱਗੇਗਾ ਕਿ ਇਹ ਗੱਲ ਤੇ ਰਹਿ ਨਹੀਂ ਗਈ, ਹਜੇ ਤੇ ਇਹੋ ਹੀ ਗੱਲ ਹੁੰਦੀ ਸਾਰਾ ਦਿਨ। ਪਹਿਲਾਂ ਵੇਖੋ ਕਿੰਨੇ ਮਸਲੇ ਉੱਠੇ ਜੀ, ਹੈ ਨਾ, ਪਰ ਲੋਕੀ ਵੀ ਹੁਣ ਸਿਆਣੇ ਹੁੰਦੇ ਜਾ ਰਹੇ ਆ। ਉਹਨਾਂ ਨੂੰ ਲੱਗਾ ਯਾਰ ਲੋਕੀ ਨਾ ਸਾਨੂੰ ਹੀ ਬੁਰਾ ਕਹਿੰਦੇ ਪਏ, ਜੇ ਅਸੀਂ ਬੇਅਦਬੀ ਦੀ ਕੋਈ ਵੀ ਸਾਜ਼ਿਸ਼ ਕਰਦੇ ਹਾਂ ਨੇਤਾਵਾਂ ਦਾ ਨਾਮ ਹੋਰ ਖਰਾਬ ਹੁੰਦਾ। ਲੋਕੀ ਵੀ ਸਿਆਣੇ ਹੋ ਰਹੇ ਨੇ, ਪਰ ਇਹ ਗੱਲ ਸੁਣੋ ਹੀ ਨਾ ਜੀ। ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। ਤੁਸੀਂ ਕਹੋਗੇ ਬਈ ਮੇਰੀਆਂ ਸੜਕਾਂ, ਮੇਰੀ ਬਿਜਲੀ ਟਾਈਮ ਤੇ ਆਵੇ, ਮੈਨੂੰ ਨਹੀਂ ਕੋਈ ਸਬਸਿਡੀ ਚਾਹੀਦੀ, ਪਹਿਲਾਂ ਤਾਂ ਸਹੀ ਰੇਟ ਤੇ ਖਰੀਦੋ, ਐਫੀਸ਼ੀਐਂਟਲੀ, ਉੱਚੀ ਕਰਪਸ਼ਨ ਨਾ ਕਰੋ, ਆਪੇ ਸਸਤੀ ਹੋ ਜਾਣੀ। ਬਿਲਕੁਲ ਠੀਕ ਹੈ ਨਾ। ਤੁਸੀਂ ਚੀਜ਼ 5 ਰੁਪਏ ਦੀ ਚੀਜ਼ ਤੁਸੀਂ 50 ਰੁਪਏ ਦੀ ਖਰੀਦੀ ਜਾਂਦੇ ਪਏ ਹੋ, ਆਪੇ ਮਹਿੰਗੀ ਹੋ ਜਾਣੀ ਜੀ। ਠੀਕ ਹੈ ਨਾ। ਪਹਿਲਾਂ ਉੱਥੇ ਪੈਸੇ ਖਾਣੇ ਬੰਦ ਕਰੋ, ਆਪੇ ਸਸਤੀ ਦੇ ਦੋਗੇ, ਸਬਸਿਡੀ ਦੀ ਗੱਲ ਹੀ ਖਤਮ ਹੋ ਜਾਣੀ ਹੈ। ਠੀਕ ਹੈ ਨਾ। ਸਾਫ਼ ਸੁਥਰਾ ਪਾਣੀ ਤਾਂ ਕਿ ਮੇਰੀ ਹੈਲਥ ਚੰਗੀ ਰਹੇ, ਮੇਰੇ ਬੱਚੇ ਡਰੱਗਸ ਨੂੰ ਐਕਸਪੋਜ਼ ਨਾ ਹੋਣ। ਠੀਕ ਹੈ ਨਾ। PM ਮੋਦੀ ਨੇ ਇਹ ਵੀ ਗੱਲ ਕਹੀ ਕਿ ਬਈ ਤੁਸੀਂ ਜੇ ਤੁਹਾਡਾ ਬੱਚਾ, ਤੁਸੀਂ ਤੁਹਾਡੇ ਕੋਲ ਪੈਸੇ ਕਮਾ ਲਓ, ਤੁਹਾਡਾ ਬੱਚਾ ਜੇ ਡਰੱਗਸ ਦੇ ਹੱਥੇ ਚੜ ਗਿਆ ਤੇ ਉਸ ਪੈਸੇ ਦਾ ਕੀ ਕਰੋਗੇ। ਬਿਲਕੁਲ ਠੀਕ ਹੈ ਨਾ। ਬੱਚੇ ਸਾਡੇ ਜਿਹੜੇ ਪੰਜਾਬ ਸਪੈਸਿਫਿਕ ਮੇਰੀ ਗੱਲ ਆ, ਜਿਹੜੇ ਬੱਚੇ ਸਾਡੇ ਬਾਹਰ ਜਾ ਰਹੇ ਨੇ, ਵੈਰੀ ਡੇਂਜਰਸ, ਉਹਨਾਂ ਦੀ ਸਿਚੁਏਸ਼ਨ ਉੱਥੇ ਵੇਖ ਕੇ ਮੈਨੂੰ ਤਰਸ ਆਉਂਦਾ ਪਿਆ। ਸਾਡੇ ਬੱਚੇ ਮਤਲਬ ਕਿ ਉੱਥੇ ਜਾਣ ਤੇ ਟੌਪ ਪੋਜੀਸ਼ਨਸ ਲਈ ਜਾਣ ਤੇ ਟੌਪ ਇੰਸਟੀਚਿਊਟਸ ਲਈ ਜਾਣ ਜੀ। ਠੀਕ ਹੈ ਨਾ। ਬਾਕੀ ਉਹਨਾਂ ਨੂੰ ਲੱਗੇ ਕਿ ਇੰਡੀਆ ਸਾਡਾ ਪੰਜਾਬ 'ਚ ਹੀ ਫਿਊਚਰ ਹੈ, ਪੰਜਾਬ ਕੀ ਪੂਰੇ ਇੰਡੀਆ 'ਚ ਫਿਊਚਰ ਹੈ। ਰੀਜਨਲਿਜ਼ਮ ਨੂੰ ਤੇ ਆਪਾਂ ਨੂੰ ਛੱਡ ਦੇਣਾ ਚਾਹੀਦਾ। ਵੀ ਆਰ ਪਾਰਟ ਆਫ ਇੰਡੀਆ। ਕਿ ਬਈ ਮੈਂ ਜੇ ਪੰਜਾਬ ਦੇ ਕਿਸੇ ਇੰਸਟੀਚਿਊਟ 'ਚ ਪੜ੍ਹਿਆ ਰਾਈਟ, ਤੇ ਮੈਨੂੰ ਇੰਡੀਆ ਦੀ ਕੋਈ ਵੀ ਕੰਪਨੀ, ਦੁਨੀਆ ਦੀ ਕੋਈ ਵੀ ਕੰਪਨੀ ਵੈਲਕਮ ਕਰੇ। ਬਿਲਕੁਲ ਇਹ ਚੀਜ਼ਾਂ ਸਾਡੀਆਂ ਮੇਜਰ ਇਸ਼ੂ ਨੇ। ਸਾਡੇ ਇੱਥੇ ਇੰਡਸਟਰੀ ਆਵੇ, ਉਹਨਾਂ ਦਾ ਵੈਲਕਮਿੰਗ ਮਾਹੌਲ ਹੋਵੇ, ਇਹ ਨਾ ਹੋਵੇ ਕਿ ਬਈ ਕਿਸੇ ਨੇ ਕਹਿਤਾ ਜੀ ਇਹ ਤੇ ਉਹਦੇ ਬੰਦੇ ਨੇ, ਤੇ ਤੁਸੀਂ ਉਹਨਾਂ ਦੀਆਂ ਸਾਰੀਆਂ ਦੁਕਾਨਾਂ ਤੋੜ ਦਿਓ, ਉਹਨਾਂ ਦੇ ਸਾਰੇ ਟਾਵਰ ਲਾ ਦਿਓ। ਇਹਦਾ ਨੁਕਸਾਨ ਸਾਡੀ ਸਟੇਟ ਨੂੰ ਹੋਏਗਾ। ਜੇ ਆਪਾਂ ਨੇਤਾਵਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਹ ਕਰਾਂਗੇ, ਇਹਦਾ ਨੁਕਸਾਨ ਸਾਨੂੰ ਹੀ ਹੋਣਾ ਹੈ। ਉਹਨਾਂ ਨੇ ਅਗਲੀ ਵਾਰੀ ਦੇਖੋ ਵੱਡੇ ਬਿਜ਼ਨਸ ਵੀ ਚਾਹੀਦੇ ਨੇ, MSME ਚਾਹੀਦਾ ਤੇ ਵੱਡੇ ਬਿਜ਼ਨਸ ਵੀ ਚਾਹੀਦੇ ਨੇ, R&D ਉਹਨਾਂ ਨੇ ਕਰਨੀ ਆ। ਇੱਕ ਸਟੇਬਲ ਜੌਬ, ਹੈਲਥ ਇੰਸ਼ੋਰੈਂਸ ਵਾਲੀਆਂ ਪਾਲਿਸੀਆਂ ਸਾਡੇ ਨੌਕਰੀ ਤੇ ਆਮ ਲੋਕਾਂ ਨੂੰ ਮਿਲਣੀ ਹੈ ਨਾ, ਉਹਨਾਂ ਨੇ ਹੀ ਦੇਣੀ ਆ। ਠੀਕ ਹੈ ਨਾ। ਸਾਨੂੰ ਕਿਸੇ ਵੀ ਕੈਟੇਗਰੀ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ। ਬਿਲਕੁਲ ਉਹ ਵੀ ਆਪਣੀ ਮਿਹਨਤ ਨਾਲ, ਤਰੱਕੀ ਨਾਲ ਉੱਥੇ ਪਹੁੰਚੇ ਨੇ ਤੇ ਦੇ ਆਰ ਇੰਪਲੋਇੰਗ ਲੈਕਸ ਆਫ ਪੀਪਲ। ਇਟ ਇਜ਼ ਦੇ ਆਰ ਕ੍ਰਿਟੀਕਲ। ਬਿਲਕੁਲ ਹੈ ਨਾ। ਉਹ ਨੈਸ਼ਨਲ ਸਿਕਿਉਰਿਟੀ ਲਈ ਉਹ ਵੀ ਉਨੇ ਹੀ ਕ੍ਰਿਟੀਕਲ ਨੇ। ਆਫ ਕੋਰਸ ਮੈਂ ਨਹੀਂ ਕਹਿੰਦਾ ਪਿਆ ਕਿ ਸਾਰਾ ਕੁਝ ਉਹਨਾਂ ਨੂੰ ਮਿਲੇ, ਹੋਰ ਵੀ ਵੱਡੇ, ਇਹ ਥੋੜਾ ਕਿ ਸਾਡੇ ਇੱਥੇ 2 ਬੜੇ ਬਿਲੀਅਨਰ ਬਣਦੇ ਜਾ ਰਹੇ ਨੇ। ਪਿਛਲੇ ਸਾਲ 44 ਯੂਨੀਕੌਰਨ ਬਣ ਗਈਆਂ ਨੇ। ਹੁਣ ਉਹ ਯੂਨੀਕੌਰਨ ਸਾਰੀਆਂ ਲੌਸਿਸਟ ਨੇ ਮੋਰ ਔਰ ਲੈਸ, ਹੈ ਨਾ। ਹੁਣ ਹੁੰਦਾ ਕੀ ਪਿਆ, ਪੈਸਾ ਯੂਨੀਕੌਰਨ ਬਣਦੀ ਇੱਕ ਆਈਡੀਆ ਦੇ ਬੇਸਿਸ ਤੇ। ਹੁਣ ਤੁਸੀਂ ਕਹੋ ਜੀ ਇਹ ਤੇ ਯੂਨੀਕੌਰਨ ਨੇ ਜੀ, ਇਹ ਤੇ ਆਮ ਜਨਤਾ ਦੇ ਦੁਸ਼ਮਣ ਨੇ। ਉਹ 100 ਰੁਪਏ ਖਰਚਦੇ ਨੇ, 10 ਰੁਪਏ ਕਮਾਉਂਦੇ ਪਏ ਨੇ, 90 ਰੁਪਏ ਤੇ ਤਨਖਾਹਾਂ 'ਚ ਹੀ ਵੰਡਦੇ ਪਏ, ਮਾਰਕੀਟਿੰਗ 'ਚ ਹੀ ਵੰਡਦੇ ਪਏ, ਸਾਡੇ ਲੋਕਾਂ 'ਚ ਹੀ ਆ ਰਿਹਾ। ਠੀਕ ਹੈ ਨਾ। ਸਾਨੂੰ ਥੋੜਾ ਡੀਪਲੀ ਸੋਚਣ ਦੀ ਲੋੜ ਹੈ। ਕੋਈ ਸਾਨੂੰ ਇਹ ਨਾ ਭੜਕਾ ਕਿ ਇਹ ਜਿਵੇਂ ਰਿਲੀਜਨ ਹੈ ਕਿ ਇਹ ਕੈਟੇਗਰੀ ਦੇ ਲੋਕੀ ਤੁਹਾਡੇ ਦੁਸ਼ਮਣ ਨੇ, ਇਸ ਕੈਟੇਗਰੀ ਦੇ ਲੋਕੀ ਕਿਸੇ ਵੀ ਕੈਟੇਗਰੀ ਨੂੰ ਮੈਂ ਉੱਤੇ ਥੱਲੇ ਦੀ, ਥੱਲੇ ਵਾਲਿਆਂ ਨੂੰ ਉੱਤੇ ਭੜਕਾਣਾ, ਉੱਤੇ ਨੂੰ ਥੱਲੇ ਭੜਕਾਣਾ, ਦਿਸ ਇਜ਼ ਰੋਂਗ। ਬਿਲਕੁਲ ਠੀਕ ਹੈ ਨਾ। ਹਰ ਕਿਸੇ ਦੀ ਸੋਸਾਇਟੀ 'ਚ ਲੋੜ ਹੈ। ਲੋਕਾਂ ਨੇ ਹੌਲੀ ਹੌਲੀ ਆਪਣੀ ਲਾਈਫ 'ਚ ਅਲੱਗ-ਅਲੱਗ ਤਰੀਕੇ ਨਾਲ ਅੱਗੇ ਵਧਣਾ। ਬਿਲਕੁਲ ਆਪਾਂ ਇਹ ਕੌਨਸ਼ੀਅਸ ਜਦੋਂ ਅਸੀਂ ਹੋ ਗਏ ਨਾ ਕਿ ਬਈ ਅਸੀਂ ਕੁਆਲੀਟੇਟਿਵ ਲੋਕੀ ਆਪ ਬਣਨਾ, ਕਰੈਕਟਰ ਵਾਲੇ ਲੋਕੀ ਆਪ ਬਣਨਾ, ਆਪਣੇ ਆਪ ਸਾਡੀ ਸਟੇਟ ਚੇਂਜ ਹੋਏਗੀ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਪਬਲਿਕ ਸਹੀ ਮੁੱਦੇ ਚੱਕੇਗੀ, ਮੀਡੀਆ ਸਹੀ ਸਵਾਲ ਚੁੱਕੇਗੀ ਤੇ ਸਾਡੇ ਲੀਡਰ ਇੱਕ ਦੂਜੇ ਨੂੰ ਅਟੈਕ ਕਰਨ ਦੀ ਜਗ੍ਹਾ ਸਹੀ ਅਨਾਉਂਸਮੈਂਟਸ ਤੇ ਸਹੀ ਗੱਲਾਂ ਕਰਨਗੇ। ਇਸ ਸ਼ੋਅ ਨੂੰ ਐਂਡ ਕਰਦੇ ਹਾਂ, ਬਟ ਵੈਰੀ ਪੋਜ਼ਿਟਿਵ ਐਂਡ ਆਈ ਥਿੰਕ ਮੀਨਿੰਗਫੁਲ ਡਿਸਕਸ਼ਨ, ਜਿਹਦੇ 'ਚੋਂ ਅਸੀਂ ਆਪਣੇ ਆਪ ਲਈ ਸਿੱਖ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਡੀਲ ਕਰੀਏ, ਕਿਸ ਤਰ੍ਹਾਂ ਦਾ ਮੀਡੀਆ ਦੇਖੀਏ, ਕਿਸ ਤਰ੍ਹਾਂ ਦੇ ਲੀਡਰਸ ਤੋਂ ਐਕਸਪੈਕਟੇਸ਼ਨਸ ਰੱਖੀਏ ਤਾਂ ਕਿ ਉਹ ਉਹਨਾਂ ਤੇ ਖਰੇ ਉਤਰਨ। ਤੁਹਾਡੀ ਵਿਦਾ ਲੈਂਦੇ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ।